ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗੌੜੀ ਮਹਿਲਾ ਪੰਜਵਾਂ। ਜਨ ਕੀ ਤੂਰ ਮਨ ਮੀਠ ਖਟਾਨੀ। ਪੂਰਬ ਕਰਮ ਲਿਖਿਆ ਤੁਰ ਪ੍ਰਾਨੀ। ਰਹਾਉ ਅਹੰਗ ਬੁੱਧ ਮਨ ਪੂਰ ਥਿੰਦਾਈ। ਸਾਧ ਧੂਰ ਕਰ ਸ਼ੁੱਧ ਮੰਜਾਈ। ਅਨਕ ਜਲਾ ਜੇ ਧੋਵੈ ਦੇਹੀ। ਮੈਲ ਨ ਉਤਰੈ ਸ਼ੁੱਧ ਨਾ ਤੇਹੀ। ਸਤਿਗੁਰ ਭੇਟਿਓ ਸਦਾ ਕਿਰਪਾਲ। ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਮੁਕਤ ਭੁਗਤ ਜੁਗਤ ਹਰ ਨਾਮ। ਪ੍ਰੇਮ ਭਗਤ ਨਾਨਕ ਗੁਣ ਗਾਉ। ਮੁਕਤ ਭੁਗਤ ਜੁਗਤ ਹਰ ਨਾਮ। ਪ੍ਰੇਮ ਭਗਤ ਨਾਨਕ ਗੁਣ ਗਾਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 199 200 ਅੰਗ ਤੇ ਦਰਜ ਹੈ। ਇਹ ਸ਼ਬਦ ਦੀ ਵਿਚਾਰ ਅੱਜ ਆਪ ਜੀ ਸਰਵਣ ਕਰੋਗੇ। ਅੰਮ੍ਰਿਤ ਦਾ ਬਾਟਾ ਅੱਜ 11 ਵਜੇ ਤਿਆਰ ਹੋਵੇਗਾ। ਕੇਸੀ ਇਸ਼ਨਾਨ ਕਰਕੇ ਪਹੁੰਚੋ, ਗੁਰੂ ਵਾਲੇ ਬਣੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। 23 ਤਰੀਕ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ, ਜੋ ਇਸੇ ਹੀ ਅਸਥਾਨ ਤੇ ਸ਼ਾਮ ਨੂੰ ਸੋਦਰ ਦੇ ਪਾਠ ਤੋਂ ਲੈ ਕੇ ਰਾਤ 11 ਵਜੇ ਤੱਕ ਬਹੁਤ ਚਾਅ, ਉਮਾ, ਸ਼ਰਧਾ, ਸਤਿਕਾਰ ਦੇ ਨਾਲ ਮਨਾਇਆ ਜਾਵੇਗਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 27 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਮਨਾਇਆ ਜਾਣਾ ਹੈ। ਇਸ ਉਪਲਕਸ਼ ਵਿੱਚ 26 ਤਰੀਕ ਨੂੰ ਨਗਰ ਕੀਰਤਨ ਸਜੇਗਾ ਸੀਸਗੰਜ ਸਾਹਿਬ ਤੋਂ ਲੈ ਕੇ ਗੁਰਦੁਆਰਾ ਨਾਨਕ ਪਿਓ ਸਾਹਿਬ ਤੱਕ। ਸੋ ਇਹਨਾਂ ਸਾਰੇ ਹੀ ਸਮਿਆਂ ਤੇ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ। ਜਿਨ੍ਹਾਂ ਪਰਿਵਾਰਾਂ ਨੇ ਜਾਂ ਜਥੇਬੰਦੀਆਂ ਨੇ ਲੰਗਰਾਂ ਦੀ ਸੇਵਾ ਕਰਨੀ ਹੈ, ਸਾਰਿਆਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਅਦਾ ਕਰ ਲਓ। ਜਿੰਨਾ ਵੀ ਤੁਹਾਡਾ ਬਜਟ ਹੈ, ਜਿੰਨੀ ਵੀ ਤੁਹਾਡੀ ਸ਼ਕਤੀ ਸਮਰੱਥਾ ਹੈ, ਜਿੰਨੀ ਤੁਸੀਂ ਮਾਇਆ ਖਰਚਣੀ ਹੈ, ਅੱਧੀ ਮਾਇਆ ਤੁਸੀਂ ਦਾਲ ਪ੍ਰਸ਼ਾਦੇ ਤੇ ਖਰਚੋ, ਅੱਧੀ ਮਾਇਆ ਜਿਹੜੀ ਹੈ ਉਹ ਵਿਦਿਆ ਤੇ ਖਰਚ ਕਰੀਏ। ਆਪਾਂ ਬਹੁਤ ਸਾਰੇ ਸਾਡੇ ਪਰਿਵਾਰ ਜਿਹੜੇ ਗੁਰਸਿੱਖ ਹੁੰਦਿਆਂ ਵੀ ਇੰਨੀ ਸਮਰੱਥਾ ਨਹੀਂ ਰੱਖਦੇ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ। ਇਹਦੇ ਲਈ ਸਾਨੂੰ ਇਹ ਸ਼ਰਤ ਵੀ ਰੱਖਣੀ ਪਵੇਗੀ ਕਿ ਜਿਵੇਂ ਸਰਕਾਰ ਵੀ ਹੈ, ਉਹਨਾਂ ਦੀ ਫੀਸ ਮਾਫ ਕਰਦੀ, ਉਹਨਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਦੀ ਆਮਦਨ ਦਾ ਇੱਕ ਹੁੰਦਾ ਹੈ ਕਿ ਇਸ ਤੋਂ ਉਹਨਾਂ ਦੀ ਆਮਦਨ ਘੱਟ ਹੈ। ਸੋ ਅਸੀਂ ਤਾਂ ਵੇਖਦੇ ਹਾਂ ਨਾ ਕਿ ਇਹ ਸੀ ਗੱਡੀ 'ਚ ਉਤਰ ਕੇ ਆਦਮੀ ਗੁਰਦੁਆਰੇ ਆ ਕੇ ਕਹਿੰਦਾ ਮੇਰੀ ਫੀਸ ਮਾਫ ਕਰ ਦਿਓ ਜੀ ਬੱਚਿਆਂ ਦੀ। ਇਹ ਗਲਤ ਹੈ। ਆਪਾਂ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਸਰਕਾਰੀ ਤੇਲ ਹੈ ਤੇ ਜਿੱਦਾਂ ਮਿਲਦਾ ਹੈ ਉੱਦਾਂ ਹੀ ਲੈ ਲਓ। ਸਾਨੂੰ ਆਪ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜੇ ਰੱਬ ਨੇ ਤੁਹਾਨੂੰ ਸ਼ਕਤੀ ਸਮਰੱਥਾ ਦਿੱਤੀ ਹੈ ਤੇ ਜੇ ਉਹ ਪੈਸਾ ਬੱਚਿਆਂ ਦੀ ਉੱਨਤੀ, ਤਰੱਕੀ, ਉਹਨਾਂ ਦੇ ਜੀਵਨ ਨੂੰ ਰੋਸ਼ਨ ਕਰਨ ਵਾਸਤੇ ਨਹੀਂ ਤੁਸੀਂ ਖਰਚ ਕਰਨਾ, ਹੋਰ ਦੁਨੀਆ ਦੀਆਂ ਐਸ਼ੋ ਇਸ਼ਰਤ 'ਤੇ ਖਰਚ ਕਰਨਾ ਹੈ, ਤੇ ਇਹ ਆਪਣੇ ਆਪ ਦੇ ਵਿੱਚ ਇੱਕ ਪਾਪ ਹੈ, ਗੁਨਾਹ ਹੈ। ਤੁਸੀਂ ਬੱਚਿਆਂ ਨੂੰ ਪੜ੍ਹਾਉਣ ਦੀ ਥਾਂ 'ਤੇ ਮੋਟਰਸਾਈਕਲ ਲੈ ਦਿਓ, ਗੱਡੀਆਂ ਲੈ ਦਿਓ। ਇਹ ਚੇਤਾ ਰੱਖਣਾ ਕਿ ਸਾਰਾ ਕੁਝ ਸਾਨੂੰ ਹੀ ਮੁੜ ਕੇ ਭੁਗਤਣਾ ਪੈਂਦਾ ਹੈ। ਬੱਚੇ ਵਿਗੜ ਜਾਂਦੇ ਨੇ, ਅਕਲ ਉਹਨਾਂ ਨੂੰ ਹੁੰਦੀ ਕੋਈ ਨਹੀਂ। ਸੋ ਇਹ ਵੀ ਅਸੀਂ ਵੇਖਣਾ ਹੈ ਕਿ ਬੱਚੇ ਕੇਸਾਂ ਧਾਰੀ ਹੋਣ, ਅੰਮ੍ਰਿਤ ਧਾਰੀ ਹੋਣ, ਸਮਾਂ ਪਾ ਕੇ ਉਹਨਾਂ ਨੂੰ ਜਪਜੀ ਸਾਹਿਬ, ਰਹਿ ਰਸ ਦਾ ਪਾਠ, ਜ਼ਬਾਨੀ ਕੰਠ ਹੋਵੇ 12ਵੀਂ ਤੱਕ। ਇਹਦਾ ਅਸੀਂ ਉਹਨਾਂ ਬੱਚਿਆਂ ਨੂੰ ਅਪਣਾਈਏ। ਉਹਨਾਂ ਦਾ ਹਰ ਸਾਲ ਜਿਹੜਾ ਰਿਜ਼ਲਟ ਆਉਂਦਾ ਉਹਦੀ ਨੰਬਰਾਂ ਦੀ ਜਿਹੜੀ ਕਾਪੀ ਆਉਂਦੀ ਉਸ ਨੂੰ ਵੀ ਵੇਖੀਏ ਕਿ ਵਾਕਈ ਬੱਚਾ ਪੜ੍ਹਦਾ ਹੈ, ਜਿਹਦੇ 'ਤੇ ਮੈਂ ਆਪਣੀ 10 ਨੋਹਾਂ ਦੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ ਭੇਜਦਾ। ਇਹ ਵੀ ਤੁਹਾਡੀ ਜ਼ਿੰਮੇਵਾਰੀ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ। ਸੋ ਸਭ ਨੂੰ ਬੇਨਤੀ ਹੈ ਕਿ ਭਾਈ ਲੰਗਰਾਂ ਦੇ ਖਰਚ ਅੱਧੇ ਕਰ ਲਓ, ਆਪਣੀ ਕੌਮ ਨੂੰ ਚੁੱਕੋ, ਆਪਣੀ ਆਉਣ ਵਾਲੀ ਜਿਹੜੀ ਪਨੀਰੀ ਹੈ ਆਪਾਂ ਉਸ ਨੂੰ ਸੰਭਾਲੀਏ।
ਜਦੋਂ ਇਹਦਾ ਸਿੱਖ ਪਰਿਵਾਰ ਸੰਭਾਲੇ ਜਾਣਗੇ, ਕੌਮ ਦੀ ਚੜ੍ਹਦੀ ਕਲਾ ਹੋਵੇਗੀ, ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਆਪਾਂ ਪਾਤਰ ਬਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तू सुल्तान कहाँ हो मियाँ, तेरी कवन वडाई, जो तू दे सो कहाँ स्वामी, मैं मूर्ख कहन न जाय, बेशुमार अथाह अगणित अतुल, ज्यों बुलावो त्यों नानक दास बोले, ज्यों बुलावो त्यों नानक दास बोले। शब्दावतार बाणी दे बोहित। जुगो जुग अटल परम सन्मान योग, परम सत्कार योग, चवर शतर तकत के मालक, साहिबे कबाल साहिबे कमाल, मुर्शदे कामल कामले रहबर, पीरां दे पीर बाबियां दे बाबे, जोगियां दे जोगी, नाथां दे नाथ, रहबरां दे रहबर, गुरुआं दे गुरु, समुच्ची मनुखता दा सांझा आत्मक भंडार, शाहे शहनशाह, धन धन पिता साहिब श्री गुरु ग्रंथ साहिब जी दी पावन पवित्र हजूरी अंदर जुड़ बैठी गुरु रूप सन्मान योग सत संगत जीओ, गुरु की बख्शी फतेह प्रवान करो। वाहिगुरु जी का खालसा, वाहिगुरु जी की फतेह। वडभागी हो सत संगत जी, महान सतगुरु बाला प्रीतम साहिब श्री गुरु हरकृष्ण साहिब पातशाह जी दे उस महान अस्थान जिथे अनेकां नूं जीवन दान दिता गया, वो नदरे इनायत हुई, रोग दूर किए गए। गुरुद्वारा बंगला साहब जुड़ बैठे हो, कहा भी जाता है ना, श्री हर कृष्ण ध्याई है, जिस डिठे सब दुख जाए। जिसने ध्याया याद किया, या जिस उत्ते सतगुरु साहिब श्री गुरु हरकृष्ण साहिब पातशाह जी की सवली निगाह पै गई, उहदे दुख दूर हो गए, उहदे रोग दूर हो गए, जीवन दे विच केवल खड़ा ही आ गया। गुरु दी कृपा होवे, गुरु दी नदरे इनायत होवे, तां ही वो दुख भी दूर हो सकते ने, तां ही कलेश दूर जा सकते ने, तां ही जीवन दे विच आनंद आ सकता है, तां ही जीवन फुल्लां दी सेज बन सकता है। क्योंकि कर्म भी ने ना, कर्मां ते भी आधारित होंदा है। अज दा जो ये पावन शब्द है जो आप जी ने सरवण किया है, घोड़ी राग अंदर सतगुरु साहिब श्री गुरु अर्जन देव पातशाह जी वालों उच्चारण किया गया, ते रहाओ दी पंक्ति है। सतगुरु जी कहते जन की धूर मन मीठ खटानी, पूरब कर्म लिखिया तुर प्राणी। जन की धूर मन मीठ खटानी, कहते सतगुरु ने कृपा की, पूर्वले कर्म सन ते नदर इनायत हो गई, रहमत हो गई। नदर इनायत होंदी है तो जीवन बदल जाता है, जीवन सुखां दे नाल भरपूर हो जाता है, जीवन दे विच केवल तां केवल मिठास आ जाती है।
ਮਨ ਮੀਠ ਖਟਾ ਨਹੀਂ। ਕੇਵਲ ਨਾਮ ਹੀ ਅੰਦਰ ਆਉਂਦਾ ਹੈ, ਕੇਵਲ ਸਿਮਰਨ, ਕੇਵਲ ਬੰਦਗੀ ਹੀ ਅੰਦਰ ਆਉਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ, ਇਹ ਵੀ ਪੂਰਬਲੇ ਕਰਮ ਹੁੰਦੇ ਨੇ, ਤਾਂ ਜਾ ਕੇ ਗੱਲ ਬਣਦੀ ਆ। ਯਾਦ ਰੱਖਣਾ ਸਤ ਸੰਗਤ ਜੀ, ਇੱਕ ਤੇ ਨਾ ਦੁਨਿਆਵੀ ਮਸ਼ੀਨਰੀ ਅਸੀਂ ਦੇਖਦੇ ਹਾਂ, ਦੁਨਿਆਵੀ ਮਸ਼ੀਨ ਵੇਖਦੇ ਹਾਂ। ਪਰਮਾਤਮਾ ਨੇ ਵੀ ਇੱਕ ਮਸ਼ੀਨਰੀ ਬਣਾਈ ਆ। ਆਮ ਤੌਰ ਤੇ ਅਸੀਂ ਮਸ਼ੀਨਰੀਆਂ ਵੇਖਦੇ ਹਾਂ ਉਹ ਫੈਕਟਰੀ ਦੇ ਵਿੱਚ ਬਣਦੀਆਂ ਨੇ। ਇੱਕ ਪਰਮਾਤਮਾ ਵਾਹਿਗੁਰੂ ਵੱਲੋਂ ਮਸ਼ੀਨਰੀ ਬਣੀ ਹੈ, ਉਹ ਹੈ ਸਾਡਾ ਜੀਵਨ, ਉਹ ਸਾਡਾ ਸਰੀਰ। ਜੀਵਨ ਮਿਲ ਜਾਂਦਾ ਹੈ, ਜਨਮ ਮਿਲ ਜਾਂਦਾ ਹੈ, ਪਰ ਜਨਮ ਨੂੰ ਜੀਵਨ ਦੇ ਵਿੱਚ ਕਿਸ ਤਰ੍ਹਾਂ ਬਦਲਣਾ ਹੈ, ਜਨਮ ਨੂੰ ਜੀਣਾ ਕਿਸ ਤਰ੍ਹਾਂ ਹੈ, ਜੀਵਨ ਨੂੰ ਜੀਣਾ ਕਿਸ ਤਰ੍ਹਾਂ ਹੈ, ਇਹ ਵੱਖਰੀ ਗੱਲ ਹੈ। ਕਾਰ ਮਿਲ ਜਾਂਦੀ ਹੈ, ਕਾਰ ਦੇ ਵਿੱਚ ਬੈਠ ਜਾਣਾ ਹੋਰ ਗੱਲ ਹੈ, ਕਾਰ ਨੂੰ ਡਰਾਈਵ ਕਰਨਾ ਇੱਕ ਡਿਫਰੈਂਟ ਗੱਲ ਹੈ। ਮਸ਼ੀਨ ਮਿਲ ਜਾਵੇ, ਮੋਬਾਈਲ ਮਿਲ ਜਾਵੇ, ਮੋਬਾਈਲ ਖਰੀਦ ਲਓਗੇ, ਪਰ ਮੋਬਾਈਲ ਨੂੰ ਚਲਾਉਣਾ ਕਿਸ ਤਰ੍ਹਾਂ ਹੈ, ਕਾਲਿੰਗ ਬਟਨ ਕਿੱਥੇ ਹੈ, ਉਹਨੂੰ ਕੱਟ ਆਫ ਕਿਸ ਤਰ੍ਹਾਂ ਕਰ ਸਕਦੇ ਹਾਂ, ਇਹ ਸਮਝਣਾ ਹੈ, ਇਹ ਵੱਖਰੀ ਗੱਲ ਹੈ। ਤੇ ਇਸੇ ਕਰਕੇ ਇਸੇ ਤਰ੍ਹਾਂ ਹੀ ਕਹਿੰਦੇ ਜ਼ਿੰਦਗੀ ਮਿਲ ਜਾਂਦੀ ਹੈ, ਜਨਮ ਮਿਲ ਜਾਂਦਾ ਹੈ, ਪਰ ਜਨਮ ਨੂੰ ਜੀਵਨ ਵਿੱਚ ਕਿਸ ਤਰ੍ਹਾਂ ਬਦਲੀਏ। ਬਹੁਤਾਇਤ ਲੋਕ ਨੇ, ਕਹਿ ਦਿੱਤਾ ਗਿਆ ਨਾ, ਕਿਸੇ ਸਿਆਣੇ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿੰਦੇ there are so many people who convert their birth into the death, but there are very few who convert their birth into the life। ਜਨਮ ਮਿਲ ਜਾਂਦਾ ਹੈ ਤੇ ਜਨਮ ਕੁਝ ਸਮੇਂ ਤੋਂ ਬਾਅਦ ਉਹ ਮਰਨ ਦੇ ਵਿੱਚ ਵੀ ਬਦਲ ਜਾਂਦਾ ਹੈ, ਪਰ ਜਨਮ ਨੂੰ ਜੀਵਨ ਦੇ ਵਿੱਚ ਕਿਸ ਤਰ੍ਹਾਂ ਬਦਲੀਏ, ਉਹਨੂੰ ਸਮਝਣ ਦੀ ਲੋੜ ਹੈ। What are the do's and don'ts we have to follow? These kind of guides। ਕਰਨਾ ਕੀ ਹੈ ਸਾਨੂੰ, ਕੀ ਕੁਝ ਕਰਨਾ, ਕੀ ਕੁਝ ਨਹੀਂ ਕਰਨਾ, ਇਹ ਸਭ ਕੁਝ ਵੀ ਪਰਮਾਤਮਾ ਦੱਸਦਾ ਹੈ। ਜਿਸ ਤਰ੍ਹਾਂ ਆਮ ਫੈਕਟਰੀ ਦੇ ਵਿੱਚ ਕੋਈ ਮਸ਼ੀਨ ਤਿਆਰ ਹੁੰਦੀ ਹੈ ਤੇ ਮਸ਼ੀਨ ਮਿਲਦੀ ਹੈ ਤੇ ਉਹਦੇ ਨਾਲ ਨਾ ਕੈਟਲੌਗ ਦਿੱਤੀ ਜਾਂਦੀ ਹੈ, ਕੈਟਲੌਗ ਬੁੱਕ ਮਿਲਦੀ ਹੈ ਜਾਂ ਗਾਈਡ ਬੁੱਕ ਤੁਸੀਂ ਕਹਿ ਲਓ। ਮਸ਼ੀਨ ਨੂੰ ਆਪਰੇਟ ਕਿਸ ਤਰ੍ਹਾਂ ਕਰਨਾ ਹੈ ਤੇ ਉਹ ਗਾਈਡ ਬੁੱਕ ਸਾਨੂੰ ਦੱਸਦੀ ਹੈ। ਉਹਦੇ ਵਿੱਚ ਲਿਖਿਆ ਹੁੰਦਾ ਚੰਗੀ ਤਰ੍ਹਾਂ what are the do's and don'ts। ਇਹਨੂੰ ਚਲਾਉਣਾ ਕਿਸ ਤਰ੍ਹਾਂ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ ਤੇ ਤਾਂ ਜਾ ਕੇ ਉਸ ਮਸ਼ੀਨ ਨੂੰ ਅਸੀਂ ਚੰਗੀ ਤਰ੍ਹਾਂ ਚਲਾ ਸਕਦੇ ਹਾਂ, ਆਪਰੇਟ ਕਰ ਸਕਦੇ ਹਾਂ, ਨਹੀਂ ਤਾਂ ਚਲਾਣੇ ਹੀ ਨਾ ਆਵੇ। ਗੱਡੀ ਜੇ ਲੈ ਲਈ, ਗੱਡੀ ਡਰਾਈਵ ਹੀ ਨਹੀਂ ਕਰਨੀ ਆਉਂਦੀ, ਹੋਵੇਗਾ ਕੀ? ਦਰਦਨਾਕ ਹਾਦਸਾ। ਜੇ ਮਸ਼ੀਨਰੀ ਲੈ ਲਈ ਹੈ, ਕੋਈ ਵਾਸ਼ਿੰਗ ਮਸ਼ੀਨ ਹੀ ਲੈ ਲਈ ਹੈ, ਫਰਿੱਜ ਤੇ ਖਰੀਦ ਲਿਆ, ਪਰ ਫਰਿੱਜ ਦਾ ਸਵਿੱਚ ਹੀ ਆਨ ਨਹੀਂ ਕੀਤਾ, ਖਰੀਦ ਕੇ ਲੈ ਕੇ ਤੇ ਆ ਗਏ ਆ, ਪਰ ਉਹਨੂੰ ਵਰਤਣਾ ਹੀ ਨਾ ਆਵੇ ਤੇ ਫਿਰ ਗੱਲ ਕਿਸ ਤਰ੍ਹਾਂ ਬਣੇਗੀ? ਕਹਿੰਦੇ ਜੀਵਨ ਸਾਨੂੰ ਮਿਲਿਆ ਏ, ਇਹ ਤੇ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਅਣਜਾਣ ਬੰਦਾ ਜੋ ਹੁੰਦਾ ਹੈ ਨਾ, ਮਸ਼ੀਨ ਨੂੰ ਜੋ ਚਲਾ ਨਹੀਂ ਪਾਉਂਦਾ, ਜੋ ਸਮਝ ਨਹੀਂ ਪਾਉਂਦਾ, ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਅੰਨਾ ਬੰਦਾ, ਉਹਦੇ ਸਾਹਮਣੇ ਨਾ ਮਾਣਕ ਮੋਤੀ ਜਿਹੜੇ ਨੇ ਉਹ ਖਿਲਾਰ ਕੇ ਰੱਖਦੇ ਉਹਦੇ ਰਸਤੇ ਦੇ ਵਿੱਚ, ਹੀਰੇ ਜਵਾਹਰਾਤ, ਉਹ ਲਾਲ, ਉਹ ਬਖੇਰ ਕੇ ਰੱਖ ਦਿਓ। ਤੇ ਹੁੰਦਾ ਕਿ ਜੇ ਅੰਨਾ ਬੰਦਾ ਹੈ ਨਾ, ਉਹਨੂੰ ਪਛਾਣ ਨਹੀਂ ਹੈ, ਆਪਣੇ ਪੈਰਾਂ ਦੇ ਨਾਲ ਉਹਨਾਂ ਕੀਮਤੀ ਹੀਰੇ ਮੋਤਿਆਂ ਨੂੰ ਵੀ ਮਸਲਦਾ ਹੋਇਆ ਅੱਗੇ ਤੁਰ ਜਾਵੇਗਾ। ਬਾਬਾ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਨਾ, ਮਾਰਗ ਮੋਤੀ ਬੀਤਰੇ
ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਤੋਂ ਲੰਘੇ ਜਾਏ। ਬਿਨਾ ਜੋਤ ਤੋਂ, ਪਰਮਾਤਮਾ ਦੀ ਦਿੱਤੀ ਹੋਈ ਕਿਰਪਾ ਤੋਂ ਬਿਨਾ ਕਹਿੰਦੇ ਅੱਗੇ ਹੀ ਲੰਘਦਾ ਜਾਂਦਾ। ਪਤਾ ਨਹੀਂ ਕਿਤਨੇ ਕੀਮਤੀ ਹੀਰੇ, ਕੀਮਤੀ ਮੋਤੀ ਪੈਰਾਂ ਦੇ ਨਾਲ ਮਸਲਦਾ ਹੋਇਆ ਅੱਗੇ ਹੀ ਤੁਰ ਗਿਆ, ਸਮਝ ਹੀ ਨਾ ਪਈ। ਅੰਨੇ ਬੰਦੇ ਦੀ ਹਾਲਤ ਇਹੋ ਜਿਹੀ ਆ, ਜਿਹਦੀਆਂ ਅੱਖਾਂ ਹੋਣ, ਜਦੋਂ ਸੂਝ ਹੋਵੇ, ਉਹਨੂੰ ਤੇ ਪਤਾ ਹੈ ਮੋਤੀ ਹੈ, ਕੀਮਤੀ ਹੈ, ਬਾਜ਼ਾਰ ਦੇ ਵਿੱਚ ਵੇਚ ਕੇ ਉਹਦਾ ਮੁੱਲ ਪਵਾ ਸਕਦਾ ਹੈ, ਉਹਨੂੰ ਵੇਚ ਸਕਦਾ ਹੈ, ਆਪਣਾ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਦਾ ਹੈ। ਪਰ ਇੱਕ ਅੰਨਾ ਬੰਦਾ ਹੋਵੇ, ਉਹਦੇ ਹੱਥ ਦੇ ਵਿੱਚ ਫੜਾ ਦਿਓ, ਉਹਨੂੰ ਕੀ ਪਤਾ ਕੀ ਆ, ਬਿਨਾਂ ਦੱਸੇ ਉਹ ਵਿਅਰਥ ਹੀ ਜਾਵੇਗਾ। ਬਿਲਕੁਲ ਇਸੇ ਤਰ੍ਹਾਂ ਹੀ ਕਹਿੰਦੇ ਜੀਵਨ ਜੋ ਮਿਲਿਆ ਹੈ ਨਾ, ਇਹ ਪ੍ਰਮਾਤਮਾ ਵਾਹਿਗੁਰੂ ਵੱਲੋਂ ਮਿਲਿਆ ਹੈ। ਤੇ ਜੇ ਕਿਤੇ ਪ੍ਰਮਾਤਮਾ ਵਾਹਿਗੁਰੂ ਵੱਲੋਂ ਇਹ ਮਸ਼ੀਨਰੀ, ਇਹ ਸਰੀਰ ਰੂਪੀ ਮਸ਼ੀਨਰੀ ਮਿਲੀ ਹੈ, ਤੇ ਫਿਰ ਇਹਨੂੰ ਸਮਝਣਾ ਵੀ ਹੈ, ਇਹਨੂੰ ਚਲਾਉਣਾ ਕਿਸ ਤਰ੍ਹਾਂ ਹੈ। ਕਿਉਂਕਿ ਸੰਸਾਰ ਬਣਾਇਆ ਹੈ ਤੇ ਸੰਸਾਰ ਦੇ ਵਿੱਚ ਸਾਨੂੰ ਜੀਵਨ ਦਿੱਤਾ, ਇਹ ਮਸ਼ੀਨਰੀ ਤਿਆਰ ਕੀਤੀ ਗਈ ਹੈ। ਇਹ ਸੰਸਾਰ ਕਿਸ ਤਰ੍ਹਾਂ ਬਣਿਆ? ਕਹਿੰਦੇ ਕੀਤਾ ਪਸਾਓ ਏਕੋ ਕੁਆਓ, ਹੁਕਮ ਦੇ ਨਾਲ। ਇੱਕੋ ਕੁਆਓ ਦਾ ਮੀਨਸ ਬੋਲ ਦੇ ਨਾਲ, ਇੱਕੋ ਹੁਕਮ ਦੇ ਨਾਲ। ਕੀਤਾ ਪਸਾਓ ਏਕੋ ਕੁਆਓ, ਪਰਮਾਤਮਾ ਦੇ ਹੁਕਮ ਦੇ ਨਾਲ, ਪਰਮਾਤਮਾ ਦੇ ਬੋਲ ਦੇ ਨਾਲ ਇਹ ਸੰਸਾਰ ਤਿਆਰ ਹੋਇਆ ਹੈ। ਤੇ ਜੇ ਹੁਣ ਇਹਦੇ ਵਿੱਚ ਸਾਨੂੰ ਜੀਵਨ ਮਿਲਿਆ ਹੈ, ਉਹ ਫੈਕਟਰੀ ਜੋ ਤਿਆਰ ਹੋਈ ਹੈ, ਉਸ ਫੈਕਟਰੀ ਦੇ ਵਿੱਚ ਇਹ ਮਸ਼ੀਨਰੀ, ਇਹ ਸਰੀਰ ਰੂਪੀ ਮਸ਼ੀਨਰੀ ਜੋ ਤਿਆਰ ਹੋਈ ਹੈ, ਫਿਰ ਇਹਨੂੰ ਸੰਭਾਲ ਕਰਨ ਦੇ ਲਈ ਕੋਈ ਨਾ ਕੋਈ ਸਪੇਅਰ ਪਾਰਟ ਵੀ ਲੱਗੇਗਾ, ਕੁਝ ਨਾ ਕੁਝ ਤੇ ਸਾਨੂੰ ਦਿੱਤਾ ਜਾਵੇਗਾ ਨਾ। ਕਿਉਂਕਿ ਜ਼ਿੰਦਗੀ ਦੇ ਵਿੱਚ ਤੁਰਦਿਆਂ ਹੋਇਆਂ, ਜਿਸ ਤਰ੍ਹਾਂ ਮਸ਼ੀਨ ਵੀ ਹੈ ਨਾ, ਚਲਦੀ ਚਲਦੀ ਕੁਝ ਕਈ ਵਾਰੀ ਯੂਜ਼ ਕਰਦੇ ਆ ਤੇ ਕੁਝ ਸਮੇਂ ਤੋਂ ਬਾਅਦ ਕੋਈ ਵੀ ਇਫੈਕਟ ਆ ਜਾਂਦਾ, ਕੋਈ ਵੀ ਡਿਫੈਕਟ ਆ ਜਾਂਦਾ, ਵਿਗੜ ਜਾਂਦੀ ਹੈ, ਤੇ ਉਹਨੂੰ ਰਿਪੇਅਰ ਕਰਨ ਦੀ ਵੀ ਲੋੜ ਪੈਂਦੀ ਹੈ। ਤੇ ਬਿਲਕੁਲ ਇਸੇ ਤਰ੍ਹਾਂ ਸਾਨੂੰ ਜੇ ਜੀਵਨ ਮਿਲਿਆ, ਜੀਵਨ ਦੇ ਵਿੱਚ ਕਈ ਮੋੜ ਐਸੇ ਆ ਜਾਂਦੇ ਨੇ, ਕੁਝ ਐਸੀ ਸਿਚੁਏਸ਼ਨਸ ਪੈਦਾ ਹੋ ਜਾਂਦੀਆਂ ਨੇ ਕਿ ਬੰਦਾ ਭਟਕ ਜਾਂਦਾ ਹੈ। ਤੇ ਬੰਦਾ ਜਦ ਭਟਕਦਾ ਹੈ, ਜੀਵਨ ਰੂਪੀ ਮਸ਼ੀਨਰੀ ਜਿਸ ਵੇਲੇ ਉਹ ਡਿਫੈਕਟ ਹੋਣ ਲੱਗਦੀ ਹੈ, ਕੋਈ ਐਰਰ ਆਉਣ ਲੱਗਦਾ ਹੈ, ਤੇ ਉਹਨੂੰ ਸੰਭਾਲ ਲੈਣ ਦੇ ਲਈ ਫਿਰ ਉਸੇ ਕੰਪਨੀ ਦੇ ਵਿੱਚ ਭੇਜਿਆ ਜਾਂਦਾ ਹੈ ਜਿੱਥੋਂ ਉਹ ਤਿਆਰ ਹੋ ਕੇ ਆਈ ਆ, ਓਰੀਜਨਲ ਪਾਰਟ ਲਗਾਇਆ ਜਾਂਦਾ ਹੈ। ਕੋਈ ਸਿਆਣਾ ਚੰਗਾ ਮਨੁੱਖ ਹੋਵੇਗਾ, ਉਹ ਸਿਆਣਾ ਹੋਵੇਗਾ ਨਾ ਮਨੁੱਖ, ਤੇ ਉਹ ਕਹਿ ਦੇਵੇਗਾ ਕਿ ਜਿੱਥੋਂ ਮਸ਼ੀਨਰੀ ਲਈ ਹੈ ਨਾ, ਇਹ ਉਸੇ ਹੀ ਕੰਪਨੀ ਦੇ ਵਿੱਚ ਜਾਣੀ ਚਾਹੀਦੀ ਹੈ, ਉੱਥੋਂ ਸਰਵਿਸ ਹੋਣੀ ਚਾਹੀਦੀ ਹੈ। ਕਿਉਂਕਿ ਦੂਜੇ ਕਿਸੇ ਪਾਸੇ ਜੇ ਚਲੇ ਗਏ ਤੇ ਓਰੀਜਨਲ ਨਹੀਂ, ਡੁਪਲੀਕੇਟ ਪਾਰਟ ਲੱਗ ਜਾਣਗੇ। ਉਹ ਸੇਮ ਤੇ ਹੁੰਦੇ ਨੇ ਵੇਖਣ ਦੇ ਵਿੱਚ, ਪਰ ਕੁਝ ਸਮੇਂ ਤੋਂ ਬਾਅਦ ਫੇਰ ਪ੍ਰੋਬਲਮ ਕ੍ਰੀਏਟ ਹੋ ਜਾਵੇਗੀ, ਫੇਰ ਮਸ਼ੀਨ ਖਰਾਬ ਹੋ ਜਾਵੇਗੀ। ਤੇ ਬਿਲਕੁਲ ਇਸੇ ਤਰ੍ਹਾਂ ਕਹਿੰਦੇ ਗੁਰੂ ਕੇ ਸਿੱਖਾ, ਜੀਵਨ ਰੂਪੀ ਮਸ਼ੀਨਰੀ ਤੈਨੂੰ ਮਿਲੀ ਹੈ, ਤੇ ਕੋਈ ਔਕੜਬਾਦ ਆ ਗਈ ਹੈ ਨਾ, ਤੇ ਫਿਰ ਹੋਰ ਕਿਤੇ ਡੁਪਲੀਕੇਟ ਕੰਪਨੀ ਦੇ ਵਿੱਚ ਨਾ ਚਲਾ ਜਾ। ਅਥਾਰਟੀ ਦਿੱਤੀ ਗਈ ਹੈ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਆਥੋਰਾਈਜ਼ ਕੀਤਾ ਗਿਆ ਹੈ, ਤੇ ਇੱਥੇ ਆ ਕੇ ਜੇ ਕਿਤੇ ਜੀਵਨ ਦੇ ਵਿੱਚ ਕੁਝ ਦੁੱਖ ਹੈ, ਕੋਈ ਕਲੇਸ਼ ਹੈ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਝੋਲੀ 'ਚ ਪਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪਣੀ ਝੋਲੀ 'ਚ ਪਾ। ਤਾਂ ਹੀ ਇਹ ਜੀਵਨ ਰੂਪੀ ਮਸ਼ੀਨਰੀ ਠੀਕ ਹੋ ਸਕਦੀ ਹੈ। ਕਿਉਂਕਿ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦਨੀ ਕੀ ਕਟਾਨੀ। ਜਿਸ ਦਾ ਦਿੱਤਾ ਹੋਇਆ ਤਨ ਹੈ, ਮਨ ਹੈ ਤੇ ਧਨ ਹੈ। ਯਾਦ ਰੱਖਣਾ, ਮੈਂ ਇੱਕ ਵਾਰੀ ਬੇਨਤੀ ਕੀਤੀ ਸੀ
ਮਨੁੱਖ ਸੋਚਦਾ ਹੈ ਕਿ ਤਨ ਪਰਮਾਤਮਾ ਵਾਹਿਗੁਰੂ ਵੱਲੋਂ ਮਿਲਿਆ ਹੈ ਤੇ ਮਨ ਵੀ ਪਰਮਾਤਮਾ ਨੇ ਦਿੱਤਾ ਹੈ, ਪਰ ਜੋ ਤੀਜੀ ਗੱਲ ਹੈ ਨਾ ਧਨ, ਇਹ ਅਸੀਂ ਕਮਾਇਆ ਨਹੀਂ। ਸਾਧ ਸੰਗਤ ਜੀ, ਇਹ ਵੀ ਪਰਮਾਤਮਾ ਵਾਹਿਗੁਰੂ ਵੱਲੋਂ ਮਿਲਿਆ, ਕਿਉਂਕਿ ਦੋ ਗੱਲਾਂ ਜਦ ਜੁੜਦੀਆਂ ਨੇ ਨਾ, ਦੋ ਚੀਜ਼ਾਂ ਜੁੜਦੀਆਂ ਨੇ ਤਾਂ ਜਾ ਕੇ ਤੀਜੀ ਗੱਲ, ਤਨ ਤੇ ਮਨ ਜੁੜਦਾ ਹੈ ਤਾਂ ਜਾ ਕੇ ਧਨ ਬਣਦਾ ਹੈ। ਦੁਕਾਨ ਉੱਤੇ ਤਨ ਕਰਕੇ ਤੁਸੀਂ ਬੈਠੇ ਹੋਏ ਹੋ, ਪਰ ਮਨ ਕਰਕੇ ਹੋਰ ਪਾਸੇ ਭਟਕਦੇ ਫਿਰਦੇ, ਮਨ ਨਹੀਂ ਲੱਗ ਰਿਹਾ ਦੁਕਾਨ ਦੇ ਵਿੱਚ, ਕੰਮ ਦੇ ਵਿੱਚ, ਆਫਿਸ ਦੇ ਵਿੱਚ ਭਾਵੇਂ ਬੈਠੇ ਹੋਏ ਹੋ, ਪਰ ਮਨ ਨਹੀਂ ਜੁੜ ਰਿਹਾ। ਡੀਲ ਕਿਸ ਤਰ੍ਹਾਂ ਫਾਈਨਲਾਈਜ਼ ਕਰ ਲਿਓਗੇ? ਕੋਈ ਸੌਦਾ ਕਿਸ ਤਰ੍ਹਾਂ ਲੈ ਲਓਗੇ? ਗੁਰਦੁਆਰੇ ਆਉਂਦੇ ਹੋ ਤੁਸੀਂ, ਤਨ ਕਰਕੇ ਮੌਜੂਦ ਹੋ, ਪਰ ਮਨ ਕਰਕੇ ਮੌਜੂਦ ਨਹੀਂ, ਤੇ ਸ਼ਬਦ ਰੂਪੀ ਗਿਆਨ ਕਿਸ ਤਰ੍ਹਾਂ ਇਕੱਤਰ ਕਰ ਲਓਗੇ? ਉੱਪਰੋਂ ਗਾਉਂਦੇ ਜਾਵਾਂਗੇ ਤੇ ਹਾਲਤ ਫਿਰ ਉਹੀ ਬਣ ਜਾਵੇਗੀ ਜੋ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਕਹਿ ਦਿੱਤਾ ਹੈ। ਕਹਿੰਦੇ ਅਹੰ ਬੁੱਧ ਮਨਪੂਰ ਥੰਦਾਈ, ਸਾਧ ਧੂਰ ਕਰ ਸ਼ੁੱਧ ਮਜਾਈ। ਜੇ ਅੰਦਰ ਹਉਮੈ ਆ ਨਾ, ਅਹੰ ਬੁੱਧ ਮਨਪੂਰ ਥੰਦਾਈ, ਹਉਮੈ ਦੀ ਗੰਦਗੀ ਹੈ, ਹਉਮੈ ਰੂਪੀ ਮੈਲ ਹੈ, ਤੇ ਫਿਰ ਗੁਰਦੁਆਰੇ ਆ ਕੇ ਵੀ ਗੱਲ ਨਹੀਂ ਬਣੇਗੀ। ਇਹ ਘਟਨਾ ਦਾ ਜ਼ਿਕਰ ਕਰਾਂ, ਆਪ ਜੀ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਸੀ ਸ਼ਾਇਦ, ਪੁਰਾਤਨ ਘਟਨਾ ਹੈ। ਕਹਿੰਦੇ ਇੱਕ ਮਾਤਾ ਸੀ ਬਜ਼ੁਰਗ, ਹੁਣ ਪਿੰਡ ਦੇ ਵਿੱਚ ਰਹਿੰਦੀ ਸੀ, ਕਿਸੇ ਪਿੰਡ ਦੇ ਵਿੱਚ ਸੀ, ਤੇ ਕੰਮ ਸੀ ਉਹਦਾ ਉਹੀ ਜਾਦੂ ਟੋਨਾ ਕਰਨਾ, ਕਰਮ ਕਾਂਡ ਕਰਨਾ, ਆਪ ਬੁਰੀ ਮੱਤ ਲੈਣੀ ਤੇ ਦੂਜਿਆਂ ਨੂੰ ਬੁਰੀ ਮੱਤ ਦੇਣੀ, ਤੇ ਲੋਕ ਵੀ ਉਹਦੇ ਇੰਨੇ ਸ਼ਰਧਾਲੂ ਬਣ ਗਏ। ਹੁਣ ਪਿੰਡ ਦੇ ਵਿੱਚ ਕਿਸੇ ਨੇ ਵੀ ਬਿਮਾਰ ਪੈਣਾ, ਕਿਸੇ ਨੂੰ ਵੀ ਕੋਈ ਦੁੱਖ ਆਉਣਾ, ਤੇ ਜੇ ਕਿਤੇ ਉਸ ਬਜ਼ੁਰਗ ਮਾਤਾ ਦਾ ਕੋਈ ਦੁਸ਼ਮਣ ਹੈ ਨਾ, ਕੋਈ ਇਸਤਰੀ ਜਾਂ ਕੋਈ ਵੀ ਬੰਦਾ, ਤੇ ਫਲਾਣੇ ਇਸਤਰੀ ਜਾਂ ਬੰਦੇ ਦਾ ਨਾਮ ਲੈ ਲੈਣਾ ਕਿ ਜਦ ਤੱਕ ਇਹ ਇਸ ਪਿੰਡ ਦੇ ਵਿੱਚ ਮੌਜੂਦ ਹੈ, ਇਹਦਾ ਭਲਾ, ਇਸ ਪਿੰਡ ਦਾ ਭਲਾ ਨਹੀਂ ਹੋਵੇਗਾ। ਹੁਣ ਉਸ ਬਜ਼ੁਰਗ ਮਾਤਾ ਦੀ ਗੱਲ ਸੁਣ ਕੇ ਲੋਕਾਂ ਨੇ ਫਲਾਣੀ ਇਸਤਰੀ ਦਾ ਜਾਂ ਬੰਦੇ ਦਾ ਵੈਰੀ ਹੋ ਜਾਣਾ, ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ। ਅਹੰ ਬੁੱਧ ਮਨਪੂਰ ਥੰਦਾਈ, ਸਾਧ ਧੂਰ ਕਰ ਸ਼ੁੱਧ ਮਜਾਈ। ਕਹਿੰਦੇ ਸਾਧੂ ਦੀ ਚਰਨ ਧੂੜ ਲੈ ਕੇ ਹੀ, ਸਾਧੂ ਦੀ ਸੰਗਤ ਕਰਕੇ ਹੀ ਇਹ ਨਾਮ ਰੂਪੀ ਅੰਮ੍ਰਿਤ ਮਿਲ ਸਕਦਾ ਹੈ, ਇਹ ਜੀਵਨ ਸਾਦਾ ਸ਼ੁੱਧ ਹੋ ਸਕਦਾ ਹੈ। ਹੋਇਆ ਐਸਾ ਹੀ। ਕਹਿੰਦੇ ਉਹ ਬਜ਼ੁਰਗ ਮਾਤਾ ਵੀ ਕਿਤੇ ਨਾ ਕਿਤੇ ਉਹਨੂੰ ਤੰਗ ਹੁੰਦੀ ਸੀ, ਮਾਂ ਬੁਰੀ ਮੱਤ ਤੇ ਲੈਂਦੀ ਸੀ ਤੇ ਬੁਰੀ ਮੱਤ ਦਿੰਦੀ ਸੀ, ਪਰ ਕਿਤੇ ਨਾ ਕਿਤੇ ਤੰਗ ਸੀ ਕਿ ਨਾਮ ਦੀ ਗੱਲ ਵੀ ਸੁਣਾ। ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕੀ ਹੈ ਤੇ ਪਰਮਾਤਮਾ ਦਾ ਸਿਮਰਨ ਕੀ ਹੈ। ਕਿਉਂਕਿ ਯਾਦ ਰੱਖਣਾ ਸਾਧ ਸੰਗਤ ਜੀ, ਜਿਸ ਤਰ੍ਹਾਂ ਨਾ ਕਿਹਾ ਜਾਂਦਾ ਇੱਕ ਓਰੀਜਨਲ ਕੰਪਨੀ ਹੁੰਦੀ ਹੈ ਤੇ ਨਾਲ ਡੁਪਲੀਕੇਟ ਸਪੇਅਰ ਵੀ। ਦਾਸ ਨੇ ਬੇਨਤੀ ਕੀਤੀ ਸੀ ਕਿ ਓਰੀਜਨਲ ਕੰਪਨੀ ਦੇ ਵਿੱਚ ਜਾਓਗੇ ਤੇ ਓਰੀਜਨਲ ਸਪੇਅਰ ਪਾਰਟ ਮਿਲਣਗੇ, ਡੁਪਲੀਕੇਟ ਦੇ ਵਿੱਚ ਜਾਓਗੇ ਤੇ ਡੁਪਲੀਕੇਟ ਸਪੇਅਰ ਪਾਰਟ ਮਿਲਣਗੇ। ਔਰ ਬਿਲਕੁਲ ਕਈ ਵਾਰੀ ਨਾ ਉਹ ਕਾਪੀ ਕਰ ਲਏ ਜਾਂਦੇ ਨੇ ਸਪੇਅਰ ਪਾਰਟ, ਵੇਖਣ ਦੇ ਵਿੱਚ ਤੁਸੀਂ ਫਰਕ ਨਹੀਂ ਦੱਸ ਸਕਦੇ ਹੋ। ਪਤਾ ਉਦੋਂ ਲੱਗਦਾ ਕੁਝ ਸਮੇਂ ਤੋਂ ਬਾਅਦ, ਜਦ ਮਸ਼ੀਨ ਦੇ ਵਿੱਚ ਕੁਝ ਇਫੈਕਟ ਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਜਿਸ ਵੇਲੇ ਦੂਜਿਆਂ ਕੋਲ ਅਸੀਂ ਜਾਂਦੇ ਹਾਂ ਨਾ, ਹਾਲਤ ਉਹੀ ਬਣ ਜਾਂਦੀ ਹੈ ਸਾਡੀ। ਉਹਨਾਂ ਦੁਨਿਆਵੀ ਕੰਪਨੀਆਂ ਨੇ ਕੀ ਕੀਤਾ ਹੈ? ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ, ਕੂੜੇ ਯਾਰ ਕੂੜੇ ਕਹਿ ਦਿੱਤਾ ਗਿਆ ਨਾ। ਸਤਿਗੁਰੂ ਜੀ ਦੀ ਰੀਸ ਦੇ ਵਿੱਚ ਨਕਲ ਇੱਥੋਂ ਕਰਨੀ, ਪਰ ਬਾਣੀ ਨੂੰ ਹੋਰ ਦਾ ਹੋਰ ਬਣਾ ਲੈਣਾ ਕੁਝ, ਕਿਉਂਕਿ ਆਪਣੇ ਫਾਇਦੇ ਦੇ ਲਈ। ਇਹੋ ਜਿਹੇ ਲੋਕਾਂ ਕੋਲ ਜੇ ਜਾਵਾਂਗੇ ਤੇ ਹਾਲਤ ਉਹੀ ਬਣ ਜਾਵੇਗੀ। ਔਰ ਉਹੀ ਗੱਲ ਮਾਤਾ ਨੂੰ ਵੀ ਤੰਗ ਸੀ ਕਿ ਜੀ ਨਾਮ ਦੀ ਗੱਲ ਸੁਣਾ ਤਾਂ ਕਿ ਆਪਣੇ ਭਗਤ ਹੋਰ ਮੈਂ ਜੋੜ ਸਕਾਂ। ਨਾਮ ਰਸੀਆ ਸਾਧੂ ਉੱਥੋਂ ਗੁਜ਼ਰਦਾ ਹੁੰਦਾ ਸੀ, ਬੰਦਗੀ ਕਰਨ ਵਾਲਾ, ਤੇ ਰਸਤਾ ਰੋਕ ਕੇ ਖਲੋ ਜਾਂਦੀ ਸੀ ਕਿ ਸਾਧੂ ਜੀ ਨਾਮ ਦੀ ਗੱਲ ਸੁਣਾ ਕੇ ਜਾਓ, ਸਾਧੂ ਜੀ ਨਾਮ ਦੀ ਗੱਲ ਸੁਣਾ ਕੇ ਜਾਓ। ਹੁਣ ਉਸ ਸਾਧੂ ਨੂੰ ਵੀ ਪਤਾ ਸੀ ਕੀ ਆ ਇਸ ਦਾ ਕੰਮ, ਕੀ ਆ ਇਸ ਦਾ ਜੀਵਨ, ਪਰ ਇਹ ਰਸਤਾ ਰੋਕ ਕੇ ਅੱਜ ਖਲੋ ਗਈ, ਜਾਣ ਨਹੀਂ ਦਿੱਤਾ। ਕਹਿੰਦੇ ਸਾਧੂ ਜੀ ਜ਼ਰੂਰ ਅੱਜ ਨਾਮ ਦੀ ਗੱਲ ਸੁਣਾ ਕੇ ਜਾਓ। ਤੇ ਉਹ ਨਾਮ ਰਸੀਆ ਸਾਧੂ ਕਹਿਣ ਲੱਗਾ, ਮਾਤਾ
ਮੈਂ ਅੱਜ ਨਹੀਂ ਕੱਲ ਨੂੰ ਜ਼ਰੂਰ ਆਵਾਂਗਾ ਤੇ ਤੈਨੂੰ ਨਾਮ ਦੀ ਗੱਲ ਜ਼ਰੂਰ ਸੁਣਾਵਾਂਗਾ। ਹੁਣ ਸੁਭਾਗਵਾਸੀ ਕਹਿੰਦੇ ਕੱਲ ਦਾ ਦਿਨ ਜੋ ਹੈ ਬਤੀਤ ਹੋਇਆ, ਉਹ ਦਿਨ ਚੜ੍ਹਿਆ, ਸਾਧੂ ਨੇ ਆਉਣਾ ਸੀ ਨਾਮ ਦੀ ਗੱਲ ਸੁਣਾਉਣ ਲਈ। ਸੁਭਾਗਵਾਸੀ ਨਾ ਬੜੇ ਪਿਆਰ ਦੇ ਨਾਲ, ਚਾਵਾਂ ਦੇ ਨਾਲ ਇਸ ਬਜ਼ੁਰਗ ਮਾਤਾ ਨੇ ਉਹ ਖੀਰ ਬਣਾਈ ਬੜੇ ਪਿਆਰ ਦੇ ਨਾਲ। ਜਿੱਥੇ ਆਪਣੇ ਬੱਚਿਆਂ ਨੂੰ ਖੀਰ ਛਕਾਈ ਹੈ, ਉੱਥੇ ਸੋਚਿਆ ਕਿ ਨਾਮ ਦੀ ਗੱਲ ਸਾਧੂ ਸੁਣਾਵੇਗਾ, ਉਹਨੂੰ ਭੇਟਾ ਵਜੋਂ ਖੀਰ ਵੀ ਦੇ ਦਿਆਂਗੇ। ਹੁਣ ਉਹ ਆਇਆ ਸਾਧੂ ਤਿਆਰੀ ਦੇ ਨਾਲ, ਜਿਹੜੇ ਬੰਦਗੀ ਕਰਨ ਵਾਲੇ ਹੁੰਦੇ ਨੇ ਨਾ, ਨਾਮ ਦੇ ਨਾਲ ਜੋੜਨ ਵਾਲੇ ਹੁੰਦੇ ਨੇ, ਉਹ ਸਿੱਧੀ ਚੋਟ ਕਈ ਵਾਰੀ ਮਾਰਦੇ ਨੇ, ਉਹਨਾਂ ਦਾ ਤਰੀਕਾ ਹੀ ਵੱਖਰਾ ਹੁੰਦਾ ਹੈ। ਕਹਿੰਦੇ ਜਦ ਖੀਰ ਪਾਉਣ ਲੱਗੀ ਹੈ ਨਾ ਬਜ਼ੁਰਗ ਮਾਤਾ, ਉਸ ਨਾਮ ਰਸੀ ਸਾਧੂ ਨੇ ਕਾਸਾ ਅੱਗੇ ਕੀਤਾ, ਲੋਟਾ ਅੱਗੇ ਕੀਤਾ, ਤੇ ਜੋ ਖੀਰ ਲੱਗੀ ਸੀ ਪਾਉਣ, ਉਹ ਬਜ਼ੁਰਗ ਮਾਤਾ ਇੱਕਦਮ ਪਿੱਛੇ ਕਰ ਲਈ ਤੇ ਕਹਿ ਦਿੱਤਾ, ਸਾਧੂ ਤੂੰ ਤਾਂ ਦੁਸ਼ਟ ਹੈ, ਤੈਨੂੰ ਪਤਾ ਨਹੀਂ ਇਹ ਕੀ ਸ਼ਰਾਰਤ ਤੂੰ ਕਰ ਰਹੇ ਹੈ? ਮੈਂ ਬੜੇ ਪਿਆਰ ਦੇ ਨਾਲ, ਚਾਵਾਂ ਦੇ ਨਾਲ ਇਹ ਖੀਰ ਬਣਾਈ ਹੈ, ਤੇ ਤੂੰ ਇਹ ਤੇਰਾ ਗੰਦਾ ਲੋਟਾ ਇੱਥੇ ਲੈ ਕੇ ਆ ਗਿਆ, ਇਹਦੇ ਵਿੱਚ ਤੂੰ ਵਿਸ਼ਟਾ ਪਾਈ ਹੋਈ ਹੈ, ਗੰਦਗੀ ਪਾਈ ਹੋਈ ਹੈ। ਉਹ ਸਾਧੂ ਕਹਿਣ ਲੱਗਾ, ਮਾਤਾ ਕੀ ਗੱਲ ਹੈ, ਗੰਦੇ ਲੋਟਿਆਂ ਦੇ ਵਿੱਚ ਖੀਰ ਨਹੀਂ ਪੈਂਦੀ? ਕਹਿਣ ਲੱਗੇ, ਜੀ ਨਹੀਂ, ਬਿਲਕੁਲ ਨਹੀਂ ਪੈਂਦੀ, ਗੰਦੇ ਲੋਟਿਆਂ ਵਿੱਚ ਖੀਰ ਕੀ, ਕੁਝ ਵੀ ਨਹੀਂ ਪੈਂਦਾ। ਉਦੋਂ ਫਿਰ ਸਾਧੂ ਨੇ ਜਵਾਬ ਦਿੱਤਾ, ਕਹਿਣ ਲੱਗੇ, ਮਾਤਾ ਜੇ ਗੰਦੇ ਲੋਟਿਆਂ ਦੇ ਵਿੱਚ ਖੀਰ ਨਹੀਂ ਨਾ ਪੈਂਦੀ ਤੇ ਤੂੰ ਨਾਮ ਦੀ ਗੱਲ ਪੁੱਛੀ ਹੈ, ਗੰਦੇ ਹਿਰਦਿਆਂ ਦੇ ਵਿੱਚ ਨਾਮ ਵੀ ਨਹੀਂ ਪੈਂਦਾ, ਗੰਦੇ ਹਿਰਦਿਆਂ ਦੇ ਵਿੱਚ ਨਾਮ ਵੀ ਨਹੀਂ ਪੈਂਦਾ। ਅਹੰ ਬੁੱਧ ਮਨ ਪੂਰ ਥੰਦਾਈ, ਸਾਧ ਧੂਰ ਕਰ ਸ਼ੁੱਧ ਮੰਝਾਈ। ਕਹਿੰਦੇ ਨਾਮ ਰੂਪੀ ਅੰਮ੍ਰਿਤ ਮਿਲੇਗਾ ਉਦੋਂ ਹੀ ਜਦ ਆਪਣੇ ਮਨ ਨੂੰ ਅਸੀਂ ਸਾਫ਼ ਕਰ ਲਵਾਂਗੇ, ਜਦ ਗੁਰੂ ਤੇ ਵਿਸ਼ਵਾਸ ਰੱਖ ਕੇ ਜੋ ਜੀਵਨ ਸਾਨੂੰ ਮਿਲਿਆ ਏ, ਜੋ ਜ਼ਿੰਦਗੀ ਸਾਨੂੰ ਮਿਲੀ ਹੈ, ਇਹ ਸਰੀਰ ਰੂਪੀ ਮਸ਼ੀਨਰੀ ਜਿੱਥੋਂ ਤਿਆਰ ਹੋਈ ਹੈ, ਉੱਥੇ ਹੀ ਆਉਣਾ ਹੈ, ਉੱਥੇ ਹੀ ਠੀਕ ਕਰਨਾ ਪੈਣਾ ਹੈ। ਉਸ ਆਥੋਰਾਈਜ਼ ਕੰਪਨੀ ਦੇ ਕੋਲ ਲਿਆਉਣਾ ਪੈਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਲਿਆਉਣਾ ਪੈਣਾ ਹੈ। ਕਿਉਂਕਿ ਇੱਥੇ ਤਾਂ ਕਿਹਾ ਜਾਂਦਾ ਹੈ ਨਾ, ਕਹਿੰਦੇ ਜੇ ਪ੍ਰਮਾਤਮਾ ਨੇ ਸਰੀਰ ਬਣਾਇਆ ਹੈ ਤੇ ਸੰਭਾਲ ਕਿਸ ਤਰ੍ਹਾਂ ਕਰੇਗਾ, ਉਹ ਸਪੇਅਰ ਪਾਰਟ ਕਿਸ ਤਰ੍ਹਾਂ ਲਗਾਵੇਗਾ? ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਮੈਂ ਹੋਰ ਕੋਈ ਡੁਪਲੀਕੇਟ ਪਾਰਟ ਨਹੀਂ ਲਗਾਵਾਂਗਾ, ਜੋ ਪ੍ਰਮਾਤਮਾ ਵਾਹਿਗੁਰੂ ਨੇ ਹੁਕਮ ਕੀਤਾ ਨਾ, ਮੈਂ ਉਹੀ ਕੁਝ ਦੱਸਾਂਗਾ ਤੈਨੂੰ। ਜੀਵਨ ਇੱਥੋਂ ਮਿਲਿਆ ਏ ਤੇ ਮੇਰੀ ਇੱਕ ਜ਼ਿੰਮੇਵਾਰੀ ਹੈ ਕਿ ਤੇਰਾ ਪੂਰੇ ਤਰੀਕੇ ਦੇ ਨਾਲ ਖਿਆਲ ਰੱਖਣਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਕਹਿ ਦਿੱਤਾ ਗਿਆ ਨਾ। ਹੁਣ ਆਪਾਂ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਓ ਜੀਓ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ, ਮੈਂ ਆਪ ਨਹੀਂ ਬੋਲ ਰਿਹਾ, ਭਾਈ ਲਾਲੋ ਜੋ ਪ੍ਰਮਾਤਮਾ ਵਾਹਿਗੁਰੂ ਬੁਲਵਾ ਰਿਹਾ ਏ, ਮੈਂ ਉਹੀ ਕੁਝ ਦਰਜ ਕਰ ਰਿਹਾ, ਉਹੀ ਕੁਝ ਬੋਲ ਰਿਹਾ। ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਅਸੀਂ ਨਹੀਂ ਲੈ ਸਕਦੇ ਹਾਂ। ਜੀਵਨ ਰੂਪੀ ਮਸ਼ੀਨਰੀ ਜੇ ਕਿਤੋਂ ਖਰਾਬ ਹੋ ਜਾਂਦੀ ਹੈ, ਕੋਈ ਵੀ ਫੈਕਟ, ਕੋਈ ਵੀ ਐਰਰ ਆ ਜਾਂਦਾ ਹੈ, ਤੇ ਸਪੇਅਰ ਪਾਰਟ ਇੱਥੋਂ ਹੀ ਮਿਲਣਾ ਹੈ। There is no such question in this world for which ਗੁਰੂ ਗ੍ਰੰਥ ਸਾਹਿਬ ਜੀ का आंसर, ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਲੈ ਸਕਦੇ, ਬਸ਼ਰਤੇ ਆਉਣਾ ਪਏਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ। ਕਿਉਂਕਿ ਯਾਦ ਰੱਖਣਾ, ਜੇ ਗੁਰੂ ਨੂੰ ਛੱਡ ਕੇ ਬਾਹਰ ਗਏ ਤੇ ਹਾਲਤ ਤੇ ਫਿਰ ਉਹੀ ਬਣ ਜਾਵੇਗੀ, ਗੁਰੂ ਤੋਂ ਦੂਰ ਹੁੰਦੇ ਜਾਵਾਂਗੇ, ਮਨ ਦੇ ਵਿੱਚ ਕੇਵਲ ਮੈਲ ਹੀ ਭਰਤੀ ਜਾਵੇਗੀ। ਅਸਲ ਪ੍ਰਮਾਤਮਾ ਦਾ ਜੋ ਘਰ ਹੈ ਉਹ ਹੈ ਸਾਡਾ ਹਿਰਦਾ, ਇਹ ਗੁਰੂ ਨੇ ਹੀ ਦੱਸਿਆ। ਪਰ ਉਸ ਗੁਰੂ ਨੂੰ ਛੱਡ ਕੇ ਜੇ ਕਿਤੇ ਬਾਰ-ਬਾਰ ਭਟਕਦੇ ਫਿਰਦੇ ਰਹੇ ਤੇ ਹਾਲਤ ਕੀ ਬਣ ਜਾਵੇਗੀ? ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਾ। ਔਰ ਦੁਨਿਆਵੀ ਬੰਦਿਆਂ ਕੋਲ ਗਏ ਨਾ ਸਾਧ ਸੰਗਤ ਜੀ, ਆਪਣਾ ਦੁੱਖ ਜੋ ਹੈ ਸੁਣਾਉਣਾ ਹੈ ਤੇ ਪ੍ਰਮਾਤਮਾ ਨੂੰ। ਕਿਉਂਕਿ ਗੱਲ ਫੇਰ ਉੱਥੇ ਆ ਜਾਂਦੀ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦਨੀ ਕੀ ਕਟਾਨੀ। ਜੀ ਕੀ ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁਤ ਤੇਰੇ ਤਨ ਤਿਲ ਨਹੀਂ ਕੀਮਤ ਜਾਨੀ। ਹੋਰ ਯਤਨ ਬਹੁਤ ਕਰਦੇ ਰਹੇ ਪਰ ਉਹ ਕੀਮਤ ਨਹੀਂ ਜਾਣ ਸਕੇ।
ਬਾਰ-ਬਾਰ ਭਟਕਦੇ ਫਿਰਦੇ ਰਹੇ। ਯਾਦ ਰੱਖਣਾ, ਕਦੀ ਗਲਤੀ ਦੇ ਨਾਲ ਵੀ ਜੀਵਨ ਦੇ ਵਿੱਚ ਇਸ ਗੱਲ ਨੂੰ ਆਧਾਰ ਬਣਾ ਲਓ ਸਤ ਸੰਗਤ ਜੀ, ਭੁੱਲ ਕੇ ਵੀ ਕਿਤੇ ਆਪਣਾ ਦੁੱਖੜਾ ਦੁਨਿਆਵੀ ਬੰਦਿਆਂ ਦੇ ਸਾਹਮਣੇ ਨਾ ਰੋਇਓ। ਕਿਉਂਕਿ ਆਪਣਾ ਦੁੱਖੜਾ ਜੇ ਦੁਨਿਆਵੀ ਬੰਦੇ ਦੇ ਸਾਹਮਣੇ ਰੋਵਾਂਗੇ ਨਾ, ਤੇ ਇੱਥੇ ਤਾਂ ਕਹਿ ਦਿੱਤਾ ਗਿਆ ਹੈ, साहिल के तमाशा ही डूबते को देखते तो हैं मगर इमदाद नहीं करते। समुंदर दे विच कोई डुब रहा होवे ना ते तमाशबीन लोग जिहड़े ने वो वेखदे ते नहीं मगर बचाउंदे नहीं, कोई जतन नहीं करते। दुनिया दे विच 80% लोकां नूं तुहाडे दुख दे नाल कोई लेना देना नहीं, तुसीं दुखी हो या सुखी हो, ते 20% लोग खुश ने कि तुसीं दुखी हो। जिसका तन मन धन सब तिसका सोई सुगड़ सुजानी, तिन ही सुनिया दुख सुख मेरा तौब नीकी खटानी। गुरु नूं दसना है क्योंकि गुरु ने जीवन दिता है। गुरु कोल आके ही सानू सोझी पैनी है। कई जन्म पाए कीट पतंगा, कई जन्म गजमीन कुरंगा, कई जन्म पंखी सरप होयो, कई जन्म हैवर बृख जोयो, पता नहीं कितने जन्म असी लै लए। पर याद रखना, जिसने इस गल नूं समझ लिया है कि शरीर साडा जो है ना बड़ा लिमिटेड एडिशन है। इस तरह कहा जाता ना, कोई प्रेशियस चीज़ जो है, कीमती चीज़ जो बड़ी लिमिटेड एडिशन दे विच बनदी हुंदी है, वो एको वारी मिलती है, बड़ी संभाल के रखना पैंदा उन्होंने। बाबा कबीर साहब जी कहते, मनुख तैनू भी ये तेरा जो जीवन मिलिया है ये बड़ा लिमिटेड है, इनू भी संभाल के रखना है, इनू जे चलाउणा है, चंगी तरह वरतों करनी है, तो फिर गुरु कोल आउणा पएगा। गुरबाणी दी अगवाई हेठ अपने जीवन नूं बतीत करना पएगा। जीवन दे विच कोई इफैक्ट आ जांदा है ते फिर इत्थों ही सुधर सकदा है, बाहरों नहीं कितों ठीक हो सकदा। बाहर जावेंगा तो केवल खुआरी खुआरी होवेगी। इसे करके तुसीं देखो ना, शेख साहब जी ने बड़े कमाल दे फिलोसफर होए ने, बड़ी कमाल दी घटना उन्होंने जिक्र किया। इतिहास में इतिहास कुछ गल बना के उन्होंने सानू समझाया। वो कहन लगे, जी मैं गया सी जंगल दे विच ते अचानक जंगल दे विच टहल रहा सी ते वेखदा की कि एक बड़ा ही सुंदर सोहना गभरू जवान नौजवान उत्थे तुर रहा सी, जा रहा सी, टहल रहा सी ते बड़ा ही सुंदर सी स्वरूप उहदा, चेहरे ते नूर सी, जाहो जलाल सी। ते मेरे तो रहा नहीं गया, जाके मैं ना पुछ लिया कि तू, तेरा चेहरा इन्ना सोहना है, सुंदर स्वरूप है, जाहुल जलाल है, तेरा नाम की है? वो नौजवान कहन लगा, तुसी फकीर हो बाबा जी, मेरे तो मेरा नाम ना पुछो। शेख साहब जी कहन लगे, नहीं तू इन्ना सोहना है, स्वरूप ही इन्ना चंगा है, मैनू तेरा नाम दस। कहन लगे, जे मैं अपना नाम दसांगा ना तुसी नाराज हो जाओगे। वो कहन लगे, इन्ना चंगा बंदा, इन्ना चंगा नौजवान गभरू जवान है, ते तू अपना नाम दस, मैं तेरे तो क्यों नाराज होवांगा। तो वो कहन लगा, जी ठीक है, जे तुसी पुछदे हो ना, इन्ना जोर पाउंदे हो, तो मैं दसदा हाँ, मेरा नाम शैतान है, मेरा नाम शैतान है। वो कहन लगे, तू शैतान है? तू शैतान है, तेरे तो लोग नफरत करते ने, तू मनुखता दा दुश्मन है, तू ऐसा की कीता है कि जिहदे करके लोग तेरे तो नफरत करन लग गए ने। कहन लगे, मैं काम ही ऐसा कुछ कीता, परमात्मा ने यह धरती बनाई, ये संसार बनाया, ते इस्लामिक धारणा मुताबक ना संसार जद बनाया तो संसार दे विच आदम नूं बनाया परमात्मा ने, उस आदम नूं स्वर्ग दे विच भविष्य दे विच रख दिता, ते जद भविष्य दे विच रख दिता, स्वर्ग दे विच रख दिता, हुण भावें किन्ना चंगा माहौल होवे, आले दुआले एटमोसफेयर चंगा होवे, पर बंदा कल्ला होवे ना तां भी मन नहीं लगदा।
ਤੇ ਉਦੋਂ ਪ੍ਰਮਾਤਮਾ ਨੇ ਫੇਰ ਕੀ ਕੀਤਾ, ਅੱਲਾ ਨੇ ਕੀ ਕੀਤਾ ਕਿ ਅੰਮਾ ਹਵਾ ਬਣਾ ਦਿੱਤੀ, ਔਰਤ ਬਣਾ ਦਿੱਤੀ, ਤੇ ਉੱਥੇ ਦੱਸ ਦਿੱਤਾ, ਕਹਿੰਦੇ ਬੜਾ ਹੀ ਕੀਮਤੀ ਕਿਰਤ ਸੀ ਪ੍ਰਮਾਤਮਾ ਵਾਹਿਗੁਰੂ ਵੱਲੋਂ, ਕਿਉਂਕਿ ਹੈ ਵੀ ਸਾਡਾ ਜੋ ਜੀਵਨ ਹੈ, ਮਨੁੱਖੀ ਦੇਹੀ ਜੋ ਹੈ ਇਹ ਕੀਮਤੀ ਹੈ। ਗੁਰਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਬਹੁਤ ਕੀਮਤੀ ਚੀਜ਼ ਆ ਸਾਡਾ ਜੀਵਨ, ਹੀਰੇ ਜੈਸਾ ਜਨਮ ਹੈ। ਅਸੀਂ ਕਰ ਕੀ ਰਹੇ ਹਾਂ? ਕਹਿੰਦੇ ਬੜਾ ਹੀ ਕੀਮਤੀ ਜੀਵਨ ਬਣਾਇਆ ਸੀ ਪ੍ਰਮਾਤਮਾ ਨੇ, ਤੇ ਉਹਨੇ ਸੋਚਿਆ ਕਿ ਮੇਰੀ ਕੀਮਤੀ ਕਿਰਤ ਹੈ ਤੇ ਮੈਂ ਇਹਨੂੰ ਸਵਰਗ ਦੇ ਵਿੱਚ ਬਹਿਸ਼ਤ ਦੇ ਵਿੱਚ ਰੱਖਾਂਗਾ। ਆਦਮ ਨੂੰ, ਔਰਤ ਨੂੰ ਉੱਥੇ ਰੱਖ ਦਿੱਤਾ ਤੇ ਦੱਸ ਦਿੱਤਾ ਆ ਗਿਆ, ਜਿਸ ਤਰ੍ਹਾਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਕਿ ਕੀ ਡੂਜ਼ ਨੇ, ਕੀ ਡੋਂਟਸ ਨੇ, ਇਹ ਕਰਨਾ, ਇਹ ਨਹੀਂ ਕਰਨਾ। ਪਰਮਾਤਮਾ ਨੇ ਚੰਗੀ ਤਰ੍ਹਾਂ ਹਿਦਾਇਤ ਕਰ ਦਿੱਤਾ ਕਿ ਇਹ ਫਲ ਖਾਣੇ ਨੇ, ਇਹ ਛੱਡ ਦੇਣੇ ਨੇ, ਇਹ ਕੰਮ ਕਰਨਾ ਹੈ, ਇਹ ਚੰਗਿਆਈ ਹੈ, ਇਹ ਬੁਰਿਆਈ ਹੈ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਬਿਕ ਅੰਮ੍ਰਿਤ ਕਰਤਾਰ ਉਪਾਏ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਅੰਮ੍ਰਿਤ ਤੇ ਬਿਰਖ, ਅੰਮ੍ਰਿਤ ਤੇ ਜ਼ਹਿਰ ਦੋਨੋਂ ਹੀ ਲਗਾ ਦਿੱਤੇ ਸਨ, ਪਰ ਦੱਸ ਦਿੱਤਾ ਗਿਆ ਕਿ ਇਹ ਛਕਣਾ, ਇਹ ਨਹੀਂ ਛਕਣਾ, ਇਹ ਕੰਮ ਕਰਨਾ, ਇਹ ਕੰਮ ਨਹੀਂ ਕਰਨਾ। ਔਰ ਬੜਾ ਹੀ ਚੰਗੀ ਤਰ੍ਹਾਂ ਉਹ ਜੀਵਨ ਆਪਣਾ ਬਤੀਤ ਕਰ ਰਹੇ ਸਨ ਆਦਮ ਤੇ ਔਰਤ। ਤੇ ਉਹ ਸ਼ੈਤਾਨ ਕਹਿਣ ਲੱਗਾ ਜੀ ਮੇਰੇ ਤੋਂ ਉਹਨਾਂ ਦੀ ਖੁਸ਼ੀ ਵੇਖੀ ਨਹੀਂ ਗਈ, ਇਹ ਇੰਨੇ ਖੁਸ਼ ਕਿਵੇਂ ਨੇ? ਤੇ ਮੈਂ ਸੋਚਿਆ ਕਿ ਇਹਨਾਂ ਨੂੰ ਜੇ ਦੁਖੀ ਕਰਨਾ ਹੈ, ਇਹਨਾਂ ਦਾ ਜੀਵਨ ਗਰਕ ਕਰਨਾ ਹੈ, ਤੇ ਫਿਰ ਐਸਾ ਕੀ ਕੀਤਾ ਜਾਵੇ? ਪਰਮਾਤਮਾ ਵਾਹਿਗੁਰੂ ਤੋਂ ਤੋੜ ਦਈਏ। ਤੇ ਕਹਿੰਦੇ ਸ਼ੈਤਾਨ ਨੇ ਮੈਂ ਜਾ ਕੇ ਫੂਕ ਮਾਰੀ ਆਦਮ ਦੇ ਕੰਨ ਦੇ ਵਿੱਚ ਕਿ ਵੇਖ, ਜਿਹੜੀਆਂ ਸਭ ਤੋਂ ਜ਼ਿਆਦਾ ਚੰਗੀਆਂ ਚੀਜ਼ਾਂ ਸਨ, ਸੁੱਖ ਦੇਣ ਵਾਲੀਆਂ ਸਨ, ਉਹਨਾਂ ਤੋਂ ਤਾਂ ਤੈਨੂੰ ਪਰਮਾਤਮਾ ਨੇ ਅਲੱਗ ਰੱਖ ਦਿੱਤਾ। ਜਿਹੜੇ ਚੰਗੇ ਕੰਮ ਕਰਨ ਵਾਲੇ ਸਨ, ਉਹ ਕੰਮ ਤਾਂ ਤੈਨੂੰ ਕਰਨ ਲਈ ਮਨਾ ਕਰ ਦਿੱਤੇ ਗਏ ਨੇ, ਤੂੰ ਹੋਰ ਕੰਮ ਕਰਦਾ ਰਿਹਾ। ਪਰ ਇੱਕ ਵਾਰੀ ਮੇਰੀ ਗੱਲ ਸੁਣ ਕੇ ਪਰਮਾਤਮਾ ਤੋਂ ਮੁਨਕਰ ਹੋ ਕੇ ਉਹ ਚੀਜ਼ਾਂ ਕਰ ਜੋ ਤੂੰ ਨਹੀਂ ਕੀਤੀਆਂ, ਤੈਨੂੰ ਸੁੱਖ ਬੜਾ ਮਿਲੇਗਾ। ਔਰ ਉਹੀ ਕੁਝ ਹੋਇਆ। ਕਹਿੰਦੇ ਪਰਮਾਤਮਾ ਤੋਂ ਮੁਨਕਰ ਹੋ ਕੇ ਤੇ ਉਹ ਕੁਝ ਕੀਤਾ ਜੋ ਕੁਝ ਨਹੀਂ ਕਰਨਾ ਚਾਹੀਦਾ ਸੀ, ਤੇ ਪਰਮਾਤਮਾ ਨੇ ਵੀ ਬਹਿਸ਼ਤ ਤੋਂ ਕੱਢ ਕੇ ਤੇ ਫੇਰ ਥੱਲੇ ਸੁੱਟ ਦਿੱਤਾ। ਜੀਵਨ ਦੇ ਵਿੱਚ ਵੀ ਸਾਡੇ ਕੁਝ ਐਸਾ ਹੋ ਰਿਹਾ ਹੈ। ਅਸੀਂ ਜੋ ਕੁਝ ਕਰਨਾ ਹੈ ਨਾ, ਪਰਮਾਤਮਾ ਵਾਹਿਗੁਰੂ ਵੱਲੋਂ ਸਾਨੂੰ ਦੱਸਿਆ ਗਿਆ ਹੈ ਕਿ ਡੂਜ਼ ਕੀ ਨੇ, ਡੋਂਟਸ ਕੀ ਨੇ। ਸਾਨੂੰ ਦੱਸਿਆ ਗਿਆ ਇਹ ਅੰਮ੍ਰਿਤ ਹੈ ਤੇ ਇਹ ਸ਼ਰਾਬ ਜ਼ਹਿਰ ਹੈ। ਪਰ ਬੰਦਾ ਕੀ ਕਰ ਰਿਹਾ ਹੈ? ਅੰਮ੍ਰਿਤ ਨੂੰ ਛੱਡ ਰਿਹਾ ਹੈ ਤੇ ਸ਼ਰਾਬ ਨੂੰ ਗ੍ਰਹਿਣ ਕਰ ਰਿਹਾ ਹੈ। ਗੁਰਦੁਆਰੇ ਆਉਣ ਦੀ ਬਜਾਏ ਜੂਏ ਖਾਨੇ ਤੇ ਵੇਸ਼ਵਾ ਦੇ ਦੁਆਰੇ ਜ਼ਿਆਦਾ ਇਹਦੇ ਲਈ ਚੰਗੇ ਹੋ ਗਏ ਨੇ। ਇਸ ਕਰਕੇ ਹੋਇਆ ਕੀ ਹੈ ਕਿ ਨਾ ਇਹ ਚੰਗਾ ਪਤੀ ਬਣ ਪਾ ਰਿਹਾ ਹੈ, ਨਾ ਚੰਗਾ ਭਰਾ ਬਣ ਪਾ ਰਿਹਾ ਹੈ, ਨਾ ਚੰਗਾ ਪਿਤਾ ਬਣ ਪਾ ਰਿਹਾ ਹੈ। ਤੇ ਇੱਥੇ ਤੱਕ ਬਸ ਨਹੀਂ, ਮੈਂ ਤੇ ਕਹਾਂਗਾ ਚੰਗਾ ਸਿੱਖ ਵੀ ਨਹੀਂ ਬਣ ਪਾ ਰਿਹਾ। ਚੰਗਾ ਪਤੀ ਉਹੀ ਹੈ ਜੋ ਆਪਣੀ ਪਤਨੀ ਦੇ ਪ੍ਰਤੀ ਵਫਾਦਾਰ ਹੋਵੇ। ਪਤਨੀ ਨੂੰ ਵੀ ਇਹ ਪਤਾ ਹੋਵੇ ਕਿ ਮੇਰਾ ਪਤੀ ਜੇ ਬਾਹਰ ਗਿਆ ਹੈ ਤੇ ਮੇਰੇ ਪਤੀ ਵਫਾਦਾਰ ਹੈ, ਉਹਦਾ ਜੀਵਨ ਮੇਰੇ ਲਈ ਸਮਰਪਿਤ ਹੈ। ਤੇ ਚੰਗਾ ਭਰਾ ਨਹੀਂ ਬਣ ਪਾ ਰਿਹਾ, ਜੋ ਭਰਾ ਦੀ ਬਾਂਹ ਫੜ ਕੇ ਉਹ ਤਾਕਤ ਬਣ ਸਕਦੇ ਸੀ, ਚੰਗਾ ਭਰਾ ਨਹੀਂ ਬਣ ਪਾ ਰਿਹਾ, ਨਾ ਪਿਤਾ ਬਣ ਪਾ ਰਿਹਾ। ਕਿਉਂਕਿ ਸੰਸਾਰ ਬਿਰਖ ਕੋ ਦੋਏ ਫਲ ਲਾਏ, ਬਿਕ ਅੰਮ੍ਰਿਤ ਕਰਤਾਰ ਪਾਏ। ਦੋਨੋਂ ਚੀਜ਼ਾਂ ਲਾਈਆਂ ਗਈਆਂ ਨੇ, ਪਰ ਸਾਨੂੰ ਸੋਝੀ ਬਖਸ਼ੀ ਹੈ ਕਿ ਚੰਗਿਆਈ ਹੈ ਕੀ ਬੁਰਿਆਈ ਹੈ, ਕਿ ਅੰਮ੍ਰਿਤ ਹੈ ਕੀ ਜ਼ਹਿਰ ਹੈ, ਕੀ ਖੁਸ਼ਬੂ ਹੈ ਤੇ ਕੀ ਬਦਬੂ ਹੈ। ਹੁਣ ਆਪਣੇ ਆਪ ਨੂੰ ਕਵੇ ਸਿੱਖ ਤੇ ਘਰ ਟੇਬਲ ਦੇ ਉੱਤੇ ਗੁਰਬਾਣੀ ਦੇ ਗੁਟਕੇ ਦੀ ਜਗ੍ਹਾ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਣ ਤੇ ਕਾਹਦਾ ਸਿੱਖ ਹੋਇਆ? ਸੋ ਇਸ ਕਰਕੇ ਯਾਦ ਰੱਖਣਾ ਸਾਧ ਸੰਗਤ ਜੀ, ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤੇ ਪਰਮਾਤਮਾ ਦੇ ਹੁਕਮ ਅਨੁਸਾਰ ਹੀ
ਆਪਣੇ ਜੀਵਨ ਨੂੰ ਜਿਸਨੇ ਬਤੀਤ ਕਰ ਲਿਆ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਿਆ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਜੀਵਨ ਬੜਾ ਕੀਮਤੀ ਮਿਲਿਆ ਏ, ਇਸ ਨੂੰ ਚਲਾਉਣਾ ਏ ਗੁਰੂ ਦੇ ਅਨੁਸਾਰ, ਗੁਰੂ ਦੇ ਹੁਕਮ ਅਨੁਸਾਰ। ਕਿਉਂਕਿ ਜੇ ਕਿਤੇ ਹੋਰ ਯਤਨ ਕਰਦੇ ਰਹੇ ਤੇ ਕਹਿ ਦਿੱਤਾ ਗਿਆ, ਅਨਕ ਜਲਾ ਜੇ ਧੋਵੈ ਦੇਹੀ, ਮੈਲ ਨਾ ਉਤਰੈ ਸੁਧ ਨਾ ਤੇਹੀ। ਕਹਿੰਦੇ ਜੇ ਕਿਤੇ ਤੂੰ ਸੋਚੇ ਕਿ ਜੇ ਮੈਂ ਪਾਪ ਕਮਾ ਲਿਆ ਤੇ ਜਾ ਕੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਉਹ ਮੈਲ ਨੂੰ ਧੋ ਲਿਆ, ਕੋਈ ਸਫਾਈ ਪੇਸ਼ ਕਰਦੇ ਆ, ਕਹਿੰਦੇ ਗੱਲ ਨਹੀਂ ਬਣੇਗੀ। ਮੈਲ ਨਾ ਉਤਰੈ ਸੁਧ ਨਾ ਤੇਹੀ। ਇਹ ਗੱਲ ਤਾਂ ਉਦੋਂ ਬਣੇਗੀ ਸਤਿਗੁਰ ਭੇਟ ਉਸ ਦਾ ਕਿਰਪਾਲ। ਹਰ ਸਿਮਰ ਸਿਮਰ ਕਾਟਿਆ ਭਵ ਕਾਲ। ਕਹਿੰਦੇ ਗੁਰੂ ਮਿਲ ਪਵੇ, ਜਿਸ ਨੂੰ ਗੁਰੂ ਮਿਲ ਪਿਆ, ਜਿਸ ਤੇ ਗੁਰੂ ਦੀ ਕਿਰਪਾ ਹੋ ਗਈ, ਗੁਰੂ ਦੀ ਰਹਿਮਤ ਹੋ ਗਈ, ਹਰ ਸਿਮਰ ਸਿਮਰ ਕਾਟਿਆ ਭਵ ਕਾਲ। ਉਹਦਾ ਨਾਮ ਸਿਮਰ ਸਿਮਰ ਕੇ ਦੁੱਖ ਕੱਟ ਜਾਂਦੇ ਨੇ, ਕਲੇਸ਼ ਮਿਟ ਜਾਂਦੇ ਨੇ। ਕਿਉਂਕਿ ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਉ। ਕਹਿੰਦੇ ਇਹ ਜੁਗਤੀ ਵੀ, ਇਹ ਕਿਰਪਾ ਵੀ, ਇਹ ਬਖਸ਼ਿਸ਼ਾਂ ਵੀ ਕੇਵਲ ਤਾਂ ਕੇਵਲ ਉਸ ਨਾਮ ਦੇ ਨਾਲ ਹੀ ਮਿਲਦੀਆਂ ਨੇ, ਉਸ ਹਰੀ ਦੇ ਪ੍ਰਮਾਤਮਾ ਦੇ ਨਾਮ ਦੇ ਨਾਲ, ਜਿਹੜਾ ਉਹਦੀ ਨਜ਼ਰ ਦੇ ਵਿੱਚ ਆ ਜਾਵੇ। ਕਿਉਂ ਚਿੰਤਾ ਕਰਦੇ ਹੋ? ਜੇ ਜੀਵਨ ਰੂਪੀ ਮਸ਼ੀਨਰੀ ਸਾਡੀ ਬਣਾਈ ਹੈ, ਜੇ ਕੋਈ ਇਫੈਕਟ ਆ ਵੀ ਜਾਂਦਾ ਹੈ ਤੇ ਉੱਥੇ ਆ ਕੇ ਅਸੀਂ, ਜੇ ਆਥੋਰਾਈਜ਼ ਕੰਪਨੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਉੱਥੇ ਆ ਕੇ ਉਸ ਡਿਫੈਕਟ ਨੂੰ ਦੂਰ ਕੀਤਾ ਜਾ ਸਕਦਾ ਹੈ, ਉਸ ਦੁੱਖ ਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਜੇ ਕਿਤੇ ਸੋਚ ਲਓ ਜੀ ਨਹੀਂ ਹੁਣ ਨਹੀਂ ਜੀ, ਇਸ ਤਰ੍ਹਾਂ ਨਹੀਂ, ਆਪਣੀ ਮੱਤ ਤੇ ਜ਼ਿਆਦਾ ਭਰੋਸਾ ਕਰਾਂ, ਤੇ ਉਹੀ ਲੋਕ ਦੁੱਖ ਦੇ ਵਿੱਚ ਪੈਂਦੇ ਨੇ। ਗੁਰਦੁਆਰਾ ਸੀਸਗੰਜ ਸਾਹਿਬ ਘਟਨਾ ਦਾ ਜ਼ਿਕਰ ਕੀਤਾ ਸੀ, ਬਾਣੀ ਪੜ੍ਹਦਿਆਂ ਹੋਇਆਂ ਵਿਚਾਰ ਆਈ, ਕਹਿ ਦਿੱਤਾ ਗਿਆ ਤੂੰ ਕਾਹੇ ਡੋਲਾ ਪ੍ਰਾਣੀਆਂ, ਤੂੰ ਦਰਾਖਿਆਗਾ ਸਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਹਿ ਦਿੱਤਾ ਗਿਆ ਨਾ, ਕਹਿੰਦੇ ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਜੇ ਔਕੜ ਬਾਧਾ ਆਉਂਦੀ ਵੀ ਹੈ ਨਾ ਸਤ ਸੰਗਤ ਜੀ, ਪ੍ਰਮਾਤਮਾ ਵਾਹਿਗੁਰੂ ਵੱਲੋਂ ਕੁਝ ਸਮੇਂ ਦੇ ਲਈ ਦੁੱਖ ਦਿੱਤੇ ਜਾਂਦੇ ਨੇ ਤੇ ਉਹਦੀ ਵੈਲਿਊ ਸਮਝਾਈ ਜਾਂਦੀ ਹੈ। ਇਸ ਗੱਲ ਨੂੰ ਇਸ ਤਰ੍ਹਾਂ ਵੀ ਸਮਝ ਲਈਏ, ਡਰਬੀ ਦੇ ਵਿੱਚ ਨਾ ਘੋੜਾ ਜਦ ਦੌੜਦਾ ਹੈ ਤੇ ਘੋੜੇ ਦਾ ਮਾਲਕ ਉਹਨੂੰ ਚਾਬੁਕ ਨਾਲ ਮਾਰਦਾ ਤੇ ਬੜਾ ਮਾਰਦਾ, ਬੜਾ ਕੁੱਟਦਾ ਹੈ, ਤੇ ਘੋੜਾ ਸੋਚੀ ਪੈ ਜਾਂਦਾ ਕਿ ਮੇਰਾ ਮਾਲਕ ਹੈ, ਮੈਨੂੰ ਕਿਉਂ ਦੁੱਖ ਪਹੁੰਚਾ ਰਿਹਾ, ਮੈਨੂੰ ਕਿਉਂ ਦੁੱਖ ਦੇ ਰਿਹਾ, ਮੈਨੂੰ ਕਿਉਂ ਮਾਰ ਰਿਹਾ ਚਾਬੁਕਾਂ ਨਾਲ। ਪਰ ਪਤਾ ਉਦੋਂ ਲੱਗਦਾ ਹੈ ਜਦ ਪਹਿਲੇ ਸਥਾਨ ਤੇ ਜਾ ਕੇ ਖਲੋ ਜਾਂਦਾ ਹੈ। ਉਹਨੂੰ ਪਤਾ ਉਦੋਂ ਤੱਕ ਨਹੀਂ ਲੱਗਦਾ ਜਦ ਤੱਕ ਦੁੱਖ ਮਿਲ ਰਹੇ ਨੇ, ਪਹਿਲੇ ਸਥਾਨ ਤੇ ਖਲੋ ਜਾਂਦਾ, ਉਦੋਂ ਪਤਾ ਲੱਗਦਾ ਕਿ ਹਾਂ ਮੇਰਾ ਮਾਲਕ ਤੇ ਪਹਿਲੇ ਸਥਾਨ ਤੇ ਪਹੁੰਚਾਉਣਾ ਚਾਹੁੰਦਾ ਸੀ। ਜੀਵਨ ਦੇ ਵਿੱਚ ਦੁੱਖ ਵੀ ਆਉਂਦੇ ਨੇ, ਡਿਫਿਕਲਟੀਜ਼ ਵੀ ਆਉਂਦੀਆਂ ਨੇ, ਪਰ ਯਾਦ ਰੱਖਣਾ ਜੇ ਪ੍ਰਮਾਤਮਾ ਵਾਹਿਗੁਰੂ ਤੇ ਭਰੋਸਾ ਹੋਵੇ, ਸਾਨੂੰ ਵੈਲਿਊ ਸਮਝਾਉਣਾ ਚਾਹੁੰਦੇ ਨੇ। ਸ਼ੇਕਸਪੀਅਰ ਨੇ ਬੜੀ ਕਮਾਲ ਦੀ ਗੱਲ ਕਹੀ ਨਾ, ਕਈ ਵਾਰੀ ਕੀ ਹੁੰਦਾ ਕਿ ਜੀਵਨ ਸਾਨੂੰ ਮਿਲ ਜਾਂਦਾ ਤੇ ਕੋਈ ਸੌਖੀ ਚੀਜ਼, ਕੋਈ ਵੀ ਚੀਜ਼ ਸਾਨੂੰ ਮਿਲ ਜਾਂਦੀ ਹੈ ਨਾ, ਜੇ ਸੌਖਿਆਂ ਹੀ ਮਿਲ ਜਾਂਦੀ ਹੈ ਤੇ ਉਹਦੀ ਵੈਲਿਊ ਨਹੀਂ ਪੈਂਦੀ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ। ਹੀਰੇ ਵਰਗਾ ਜੀਵਨ ਸੀ, ਕਰ ਕੀ ਰਹੇ ਆ ਕੌਡੀ ਬਦਲੇ ਜਾਏ। ਸ਼ੇਕਸਪੀਅਰ ਨੇ ਵੀ ਕਹਿ ਦਿੱਤਾ, ਕਹਿੰਦੇ I was crying when I had no shoes, but I stopped crying when I saw a man without legs। ਮੈਂ ਰੋ ਰਿਹਾ ਸੀ ਕਿਉਂਕਿ ਮੇਰੇ ਪੈਰਾਂ ਦੇ ਵਿੱਚ ਜੋੜੇ ਨਹੀਂ ਸਨ, ਪਰ ਮੈਂ ਉਦੋਂ ਚੁੱਪ ਕਰ ਗਿਆ ਜਦ ਸਾਹਮਣੇ ਵਾਲੇ ਬੰਦੇ ਨੂੰ ਵੇਖਿਆ ਉਹਦੇ ਕੋਲ ਪੈਰ ਹੀ ਨਹੀਂ ਸਨ। ਬੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ, ਬੜੀਆਂ ਰਹਿਮਤਾਂ ਮਿਲਦੀਆਂ ਨੇ,
ਪਰ ਉਹਨਾਂ ਬਖਸ਼ਿਸ਼ਾਂ, ਉਹਨਾਂ ਰਹਿਮਤਾਂ ਦੀ ਵੈਲਿਊ ਜਦ ਤੱਕ ਅਸੀਂ ਨਹੀਂ ਸਮਝਦੇ ਆ ਨਾ, ਦੁੱਖਾਂ ਦੇ ਵਿੱਚ ਪੈ ਜਾਂਦੇ ਆ। ਪਰ ਜੇ ਸਮਝ ਲਈਏ ਕਿ ਪ੍ਰਮਾਤਮਾ ਵਾਹਿਗੁਰੂ ਸਾਡੇ ਸੀਸ ਤੇ ਉਹਨੇ ਹੱਥ ਧਰਿਆ ਹੋਇਆ ਏ ਤੇ ਸਾਨੂੰ ਕੋਈ ਦੁੱਖ ਨਹੀਂ ਪਹੁੰਚਾਵੇਗਾ। ਐਸਾ ਹੋਇਆ ਨਾ, ਪ੍ਰੈਕਟੀਕਲ ਗੱਲ ਦਾ ਐਗਜ਼ਾਮਪਲ ਲੈ ਕੇ, ਕਈ ਵਾਰੀ ਨਾ ਪ੍ਰੈਕਟੀਕਲ ਗੱਲ ਐਗਜ਼ਾਮਪਲ ਲਈਏ ਤੇ ਤਾਂ ਜਾ ਕੇ ਸੌਖੀ ਢੰਗ ਦੇ ਨਾਲ ਸਮਝ ਆਉਂਦੀ ਆ। ਕੁਝ ਸਾਲ ਪਹਿਲਾਂ ਹੀ ਨਾ ਇੱਕ ਘਟਨਾ ਹੋਈ ਐਰੋਪਲੇਨ ਦੇ ਵਿੱਚ, ਕਹਿੰਦੇ ਪੈਸੇਂਜਰ ਸਫ਼ਰ ਕਰ ਰਹੇ ਸੀ ਤੇ ਜਿਸ ਤਰ੍ਹਾਂ ਟਰਬੂਲੈਂਸ ਆਉਂਦੀ ਆ, ਕਈ ਵਾਰੀ ਪਲੇਨ ਜੋ ਹੈ ਉਹ ਬੜਾ ਹਿਲਦਾ ਹੈ ਤੇ ਉਦੋਂ ਕੈਬਨ ਕਰੂ ਵੱਲੋਂ ਕਹਿ ਦਿੱਤਾ ਜਾਂਦਾ ਹੈ ਜੀ ਵੀ ਕਾਂਟ ਸਰਵ ਯੂ ਐਨੀ ਮੋਰ ਅੰਟਿਲ ਇਟਸ ਸਟੇਬਲ, ਅਸੀਂ ਤੁਹਾਨੂੰ ਉਦੋਂ ਤੱਕ ਕੁਝ ਫੂਡ ਨਹੀਂ ਸਰਵ ਕਰ ਸਕਦੇ ਜਾਂ ਪਾਣੀ ਨਹੀਂ ਦੇ ਸਕਦੇ ਜਦ ਤੱਕ ਪਲੇਨ ਜੋ ਹੈ ਉਹ ਠੀਕ ਨਾ ਹੋ ਜਾਵੇ, ਸਟੇਬਲ ਨਾ ਹੋ ਜਾਵੇ। ਤੇ ਉਦੋਂ ਹੋਇਆ ਕਿ ਉਹ ਟਰਬੂਲੈਂਸ ਹੋਣ ਲੱਗਿਆ, ਕੁਝ ਜ਼ਿਆਦਾ ਹੀ ਹੋਣ ਲੱਗਿਆ। ਪੈਸੇਂਜਰ ਤੇ ਉਸ ਪਲੇਨ ਦੇ ਵਿੱਚ ਬੈਠੇ ਹੋਏ ਸੀ, ਇੱਕ ਬੱਚੀ ਵੀ ਬੈਠੀ ਸੀ 8-9 ਸਾਲ ਦੀ, ਤੇ 8-9 ਸਾਲ ਦੀ ਬੱਚੀ ਜੋ ਹੈ ਨਾ, ਬਾਕੀ ਲੋਕ ਬੜੇ ਘਬਰਾਏ ਹੋਏ ਸਨ। ਉਹਨਾਂ ਦੇ ਮਨ ਦੇ ਵਿੱਚ ਸੀ ਅਗਲਾ ਸਮਾਂ ਕਿਹੋ ਜਿਹਾ ਹੋਵੇਗਾ, ਅੱਗੇ ਪਤਾ ਨਹੀਂ ਕੀ ਹੋਵੇਗਾ। ਪਰ ਉਹ ਬੱਚੀ ਬੜੇ ਆਰਾਮ ਦੇ ਨਾਲ ਕਿਤਾਬ ਪੜ੍ਹ ਰਹੀ ਸੀ, ਸਟੋਰੀ ਬੁੱਕ ਪੜ੍ਹ ਰਹੀ ਸੀ। ਉਹਨੂੰ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ। ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਔਰ ਨਤੀਜਾ ਇਹ ਨਿਕਲਿਆ ਕਿ ਅਖੀਰ ਟਰਬੂਲੈਂਸ ਜੋ ਹੈ ਇੰਨਾ ਵੱਧ ਗਿਆ, ਉਹ ਪਲੇਨ ਇੰਨਾ ਜ਼ਿਆਦਾ ਹਿਲਣ ਲੱਗਾ ਕਿ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਤੇ ਜਦ ਐਮਰਜੈਂਸੀ ਲੈਂਡਿੰਗ ਹੋਈ ਉਦੋਂ ਫਿਰ ਲੋਕਾਂ ਨੇ ਤਾੜੀਆਂ ਮਾਰੀਆਂ, ਉਦੋਂ ਫਿਰ ਲੋਕ ਖੁਸ਼ ਹੋਏ ਨੇ, ਹੱਸੇ ਨੇ, ਉਦੋਂ ਧੰਨਵਾਦ ਕੀਤਾ ਪ੍ਰਮਾਤਮਾ ਦਾ। ਤੇ ਉਦੋਂ ਜਦ ਜੋ ਉਸ ਬੱਚੀ ਦੇ ਨਾਲ 8-9 ਸਾਲ ਦੀ ਬੱਚੀ ਦੇ ਨਾਲ ਜੋ ਪੈਸੇਂਜਰ ਬੈਠਾ ਹੋਇਆ ਸੀ ਨਾ, ਉਹਦੇ ਮਨ ਦੇ ਵਿੱਚ ਕਿਉਰਿਓਸਿਟੀ ਸੀ ਕਿ ਇਸ ਬੱਚੀ ਨੂੰ ਪੁੱਛਿਆ ਜਾਵੇ ਕਿ ਇੰਨਾ ਸਭ ਕੁਝ ਹੋ ਗਿਆ ਪਰ ਇਹ ਬੜੇ ਆਰਾਮ ਦੇ ਨਾਲ, ਕੋਈ ਚਿੰਤਾ ਫਿਕਰ ਨਹੀਂ ਇਹਨੂੰ, ਸਟੋਰੀ ਬੁੱਕ ਪੜ੍ਹ ਰਹੀ ਸੀ। ਤੇ ਇਹਨੇ ਪੁੱਛ ਲਿਆ, ਮੇਰੇ ਬੱਚੇ ਕੀ ਗੱਲ ਹੈ, ਲੋਕ ਇੰਨਾ ਘਬਰਾਏ ਹੋਏ ਸਨ, ਚੀਕ ਚਿਹਾੜਾ ਮਚ ਰਿਹਾ ਸੀ ਤੇ ਤੂੰ ਬੜੇ ਆਰਾਮ ਦੇ ਨਾਲ ਕਿਤਾਬ ਪੜ੍ਹ ਰਹੀ ਸੀ, ਤੈਨੂੰ ਪਤਾ ਨਹੀਂ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ, ਪਲੇਨ ਦੇ ਵਿੱਚ ਇੰਨਾ ਜ਼ਿਆਦਾ ਟਰਬੂਲੈਂਸ ਆ ਗਿਆ ਸੀ, ਮੌਤ ਦਾ ਡਰ ਆ ਗਿਆ ਸੀ। ਤੇ ਉਦੋਂ ਉਸ ਬੱਚੀ ਨੇ ਹੱਸਦੇ ਹੋਏ ਕਹਿ ਦਿੱਤਾ, ਕਹਿਣ ਲੱਗੀ ਮੈਂ ਕਿਉਂ ਡਰਾਂ, ਮੈਂ ਕਿਉਂ ਫਿਕਰ ਕਰਾਂ, ਇਹ ਜੋ ਐਮਰਜੈਂਸੀ ਲੈਂਡਿੰਗ ਹੋਈ ਹੈ ਨਾ, ਇਸ ਪਲੇਨ ਨੂੰ ਚਲਾਉਣ ਵਾਲਾ ਮੇਰਾ ਪਿਤਾ ਪਾਇਲਟ ਬੈਠਾ ਹੋਇਆ। ਤੇ ਉਹ ਜੋ ਪਾਇਲਟ ਹੈ ਨਾ, ਉਹਨੂੰ ਪਤਾ ਹੈ ਕਿ ਉਹਦੀ ਬੇਟੀ ਇਸ ਪਲੇਨ ਦੇ ਵਿੱਚ ਸਫ਼ਰ ਕਰ ਰਹੀ ਹੈ ਤੇ ਮੇਰੇ ਤੋਂ ਜ਼ਿਆਦਾ ਮੇਰੀ ਜਾਨ ਦੀ ਫਿਕਰ ਮੇਰੇ ਪਿਤਾ ਨੂੰ ਹੈ। ਜੀਵਨ ਸਾਨੂੰ ਮਿਲਿਆ ਏ ਤੇ ਸਾਡੇ ਤੋਂ ਜ਼ਿਆਦਾ ਸਾਡੀ ਫਿਕਰ ਸਾਡੇ ਪ੍ਰਮਾਤਮਾ ਨੂੰ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜੇ ਸੀਚਨ ਹਾਰੈ ਇੱਕ ਹੈ ਮਾਲੀ, ਖਬਰ ਕਰਤਾ ਪਾਤ ਪਤ ਡਾਲੀ। ਕਹਿੰਦੇ ਪੱਤੇ ਪੱਤੇ ਦੀ ਰੱਖਿਆ ਉਹ ਕਰ ਰਿਹਾ, ਤੇਰੀ ਪ੍ਰਤਪਾਲਨਾ ਕਿਉਂ ਨਹੀਂ ਕਰੇਗਾ, ਤੇਰੀ ਰੱਖਿਆ ਕਿਉਂ ਨਹੀਂ ਕਰੇਗਾ। ਤੂੰ ਕੇਵਲ ਤਾਂ ਕੇਵਲ ਜਨ ਜੀਓ ਦਿਆ ਸੂਰਜ ਕੰਬਰਾਵੇ, ਸਭ ਕਰ ਭੀਤਰ ਹਾਥ ਚਲਾਵੇ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਕਹਿੰਦੇ ਤੂੰ ਵੇਲੇ ਦੇ ਨਾਲ ਨਾਮ ਜਪ, ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾ, ਕਿਉਂਕਿ ਇਹੀ ਤੇਰਾ ਕਰਮ ਹੈ। ਮੁਕਤ ਭੁਗਤ ਜੁਗਤ ਹਰਨਾ, ਇਹ ਨਾਮ ਮਿਲੇਗਾ, ਇਹ ਕਿਰਪਾ ਹੋਵੇਗੀ, ਇਹ ਪ੍ਰੇਮ ਜਦ ਪੈ ਜਾਵੇਗਾ, ਪ੍ਰੇਮ ਭਗਤ ਨਾਨਕ ਗੁਣ ਗਾਓ। ਜਿਨ੍ਹਾਂ ਨੇ ਉਹ ਪ੍ਰੇਮ ਨੂੰ ਹਾਸਲ ਕਰ ਲਿਆ, ਪ੍ਰੇਮ ਦੇ ਭਗਤੀ ਨੂੰ ਹਾਸਲ ਕਰ ਲਿਆ, ਉਹਦੇ ਗੁਣਾਂ ਨੂੰ ਉਹ ਗਾਉਂਦੇ ਨੇ। ਪਰ ਇਹ ਸਮਝ ਤਾਂ ਹੀ ਪਵੇਗੀ ਜਦ ਅਸੀਂ ਮਨ ਗੁਰੂ ਨੂੰ ਅਸੀਂ ਆਪਣਾ ਅਰਪਣ ਕਰ ਦਿਆਂਗੇ, ਆਪਣਾ ਆਪਾ ਅਣਪਣ ਕਰ ਦਿਆਂਗੇ, ਗੁਰੂ ਤੇ ਭਰੋਸਾ ਰੱਖਾਂਗੇ। ਜਿੱਥੋਂ ਇਹ ਜੀਵਨ ਰੂਪੀ ਮਸ਼ੀਨਰੀ ਸਾਨੂੰ ਮਿਲੀ ਆ, ਤਾਂ ਹੀ ਹੋ ਸਕਦਾ ਹੈ ਸਾਡਾ ਜੀਵਨ ਸਫਲਾ। ਕਿਉਂਕਿ ਜੇ ਕਿਤੇ ਜਿੱਥੋਂ ਮਸ਼ੀਨ ਬਣੀ ਆ, ਕੰਪਿਊਟਰ ਬਣਿਆ, ਕੰਪਿਊਟਰ ਮਿਲਦਾ ਹੈ, ਲੈਪਟਾਪ ਮਿਲਦਾ ਹੈ, ਤੇ ਉਹਦੇ ਨਾਲ ਕੈਟਲੌਗ ਦਿੱਤੀ ਜਾਂਦੀ ਹੈ, ਸਮਝਾਇਆ ਜਾਂਦਾ ਹੈ
ਕਿ ਇਸ ਤਰੀਕੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਇਸ ਕੈਟਲੌਗ ਨੂੰ ਪੜ੍ਹ ਲੈਣਾ, ਇਸ ਗਾਈਡ ਬੁੱਕ ਨੂੰ ਪੜ੍ਹ ਲੈਣਾ, ਤਾਂ ਜਾ ਕੇ ਤੁਸੀਂ ਲੈਪਟਾਪ ਜਾਂ ਕੰਪਿਊਟਰ ਚਲਾ ਸਕਦੇ ਹੋ, ਤਾਂ ਜਾ ਕੇ ਇਸ ਮਸ਼ੀਨ ਨੂੰ ਆਪਰੇਟ ਕਰ ਸਕਦੇ ਹੋ। ਤੇ ਸਾਨੂੰ ਜੇ ਜੀਵਨ ਮਿਲਿਆ ਹੈ ਨਾ, ਤੇ ਫਿਰ ਉਹਦੇ ਲਈ ਸਾਨੂੰ ਗਾਈਡ ਬੁੱਕ ਦਿੱਤੀ ਗਈ ਹੈ, ਉਹ ਖਜ਼ਾਨਾ ਦਿੱਤਾ ਗਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਰੂਪੀ ਖਜ਼ਾਨਾ ਦਿੱਤਾ ਗਿਆ ਹੈ, ਉਹ ਸਪੇਅਰ ਪਾਰਟ ਦਿੱਤਾ ਗਿਆ ਹੈ, ਨਾਮ ਰੂਪੀ ਸਪੇਅਰ ਪਾਰਟ। ਪੋਥੀ ਪਰਮੇਸ਼ਵਰ ਕਾ ਥਾਨ, ਸਾਧ ਸੰਗ ਗਾਵੈਂ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਵਾਲੀ ਗੱਲ ਜਿੱਥੇ ਆ ਜਾਂਦੀ ਹੈ ਨਾ ਸਤ ਸੰਗਤ ਜੀ, ਉੱਥੇ ਹੀ ਜਿਸ ਨੇ ਇਸ ਗੱਲ ਨੂੰ ਸਮਝ ਲਿਆ ਏ ਕਿ ਕੇਵਲ ਪਰਮਾਤਮਾ ਦਾ ਨਾਮ ਹੀ ਹੈ ਜੋ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਸਕਦਾ ਏ, ਜੋ ਸਾਡੇ ਜੀਵਨ ਪਾਰ ਲੰਘਾ ਸਕਦਾ ਏ। ਕਹਿ ਦਿੱਤਾ ਗਿਆ ਨਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ, ਪਵੈ ਦੱਜੈ ਨਾਨਕਾ ਤਰੀਐ। ਕਰਮੀ ਕੋਈ ਕਰਮਾਂ ਵਾਲਾ ਹੀ ਲੰਘ ਸਕਦਾ ਹੈ ਜੋ ਗੁਰੂ ਦੇ ਹੁਕਮ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰੇ, ਜੋ ਗੁਰ ਸੇਵਾ ਤੇ ਸੁਖ ਉਪਜੈ। ਕਹਿ ਦਿੱਤਾ ਗਿਆ ਹੈ ਨਾ, ਫਿਰ ਦੁੱਖ ਨਾ ਲੱਗਿਆ ਹੈ। ਗੁਰੂ ਦੀ ਸੇਵਾ ਦੇ ਨਾਲ, ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੀਏ। ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਦੁੱਖ ਨਹੀਂ ਆਵੇਗਾ। ਦੁੱਖ ਆਉਣਗੇ ਵੀ ਤੇ ਉਹ ਸੁੱਖ ਬਣ ਜਾਣਗੇ। ਜੇ ਕੋਈ ਬੇਇੱਜ਼ਤ ਵੀ ਕਰਨਾ ਚਾਹੇਗਾ ਨਾ, ਤੇ ਉਹ ਬੇਇੱਜ਼ਤੀ ਵੀ ਇੱਜ਼ਤ ਬਣ ਜਾਵੇਗੀ, ਕਿਉਂਕਿ ਜਿਸ ਪਤ ਰੱਖਿਆ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਦੁਨੀਆ ਦੀ ਦਿੱਤੀ ਇੱਜ਼ਤ ਕੋਈ ਇੱਜ਼ਤ ਨਹੀਂ, ਦੁਨੀਆ ਦੀ ਦਿੱਤੀ ਬੇਇੱਜ਼ਤੀ ਨੂੰ ਵੀ ਬੇਇੱਜ਼ਤੀ ਨਹੀਂ ਸਮਝਣਾ ਚਾਹੀਦਾ, ਕਿਉਂਕਿ ਪ੍ਰਮਾਤਮਾ ਵਾਹਿਗੁਰੂ ਦੇ ਹੱਥ ਹੈ। ਜੇ ਕਿਤੇ ਸੰਸਾਰ ਇੱਜ਼ਤ ਰੱਖਣ ਤੇ ਆਵੇ, ਪ੍ਰਮਾਤਮਾ ਨਜ਼ਰ ਫੇਰ ਲਵੇ ਤੇ ਇੱਜ਼ਤ ਨਹੀਂ ਰਵੇਗੀ। ਜੇ ਸੰਸਾਰ ਇੱਜ਼ਤ ਖੋਣ ਤੇ ਆ ਜਾਵੇ, ਪ੍ਰਮਾਤਮਾ ਤੁਹਾਡੇ ਵੱਲ ਹੈ ਨਾ, ਤੇ ਇੱਜ਼ਤ ਤਾਂ ਵੀ ਰਵੇਗੀ। ਜਾਕੋ ਮੁਸ਼ਕਲ ਅਤ ਬਣੈ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਨ। ਸ਼ਾਕ ਵੀ ਭੱਜ ਖਲੇ, ਸਭੋ ਭੱਜੈ ਆਸਰਾ, ਜੋ ਕਿਆ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ, ਲਗੈ ਨਾ ਤਾਤੀ ਵਾਓ। ਚਿਤ ਆਵੈ ਉਸ ਪਾਰ ਬ੍ਰਹਮ, ਲਗੈ ਨਾ ਤਾਤੀ ਵਾਓ। ਜੇ ਪਰਮਾਤਮਾ ਵੱਲ ਹੈ ਨਾ, ਵਾਹਿਗੁਰੂ ਵੱਲ ਹੈ, ਤੁਹਾਡੇ ਨਾਲ ਹੈ, ਤੇ ਫਿਰ ਸਾਰੀ ਦੁਨੀਆ ਤੁਹਾਡੇ ਕਦਮਾਂ ਤੇ ਝੁਕਣ ਨੂੰ ਵੀ ਤਿਆਰ ਹੋ ਜਾਂਦੀ ਹੈ। ਸੋ ਇਹ ਸੀ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ। ਧੰਨਵਾਦੀ ਹਾਂ ਗੁਰੂ ਘਰ ਦੇ ਸੇਵਾਦਾਰਾਂ ਦਾ, ਪ੍ਰਬੰਧਕ ਸੱਜਣਾਂ ਦਾ। ਇਹਨਾਂ ਦੇ ਸਹਿਯੋਗ ਦੇ ਨਾਲ ਹੀ ਇੱਕ ਆਪ ਸਾਧ ਸੰਗਤ ਦੇ ਰੂਬਰੂ ਹੋ ਕੇ ਕਥਾ ਦੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਦਾ ਏ। ਕਥਾ ਕਰਦਿਆਂ ਹੋਇਆਂ ਮਨਮਤ ਅਨੁਸਾਰ ਜੇ ਕੁਛ ਬੋਲ ਗਿਆ ਹੋਵਾਂ ਕਿ ਮੈਂ ਤਾਂ ਜਾ ਚੱਖਾਂ, ਗੁਰਮਤ ਅਨੁਸਾਰ ਜੇ ਆਪ ਸਾਰਿਆਂ ਨੇ ਕੁਛ ਸਰਵਣ ਕੀਤਾ ਹੋਵੇ, ਜ਼ਿੰਦਗੀ ਦੇ ਵਿੱਚ ਧਾਰਨ ਕਰਨ ਦਾ ਯਤਨ ਜ਼ਰੂਰ ਕਰਨਾ। ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ